ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ ਸੁਖਵਿੰਦਰ। ਵਾਲੀਆ ਸਾਹਿਬ, ਅੱਜ ਪੂਰੇ ਮੁਲਕ ਭਰ ਦੇ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ। 15 ਅਗਸਤ ਆਜ਼ਾਦੀ ਦਿਹਾੜਾ। ਪਰ ਇਹਨੂੰ ਲੈ ਕੇ ਇੱਕ ਪਾਸੇ ਤਾਂ ਜਸ਼ਨ ਨੇ ਤੇ ਦੂਜੇ ਪਾਸੇ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਸਾਨੂੰ ਘਰ ਤਾਂ ਦਿਓ, ਅਸੀਂ ਤਿਰੰਗਾ ਕਿੱਥੇ ਲਾਈਏ। ਫਿਰ ਸਵਾਲ ਉੱਠਦੇ ਨੇ ਕਿ ਕੋਈ ਕਹਿੰਦਾ ਇਹ ਭਾਰਤ ਹੈ, ਕੋਈ ਕਹਿੰਦਾ ਹਿੰਦੁਸਤਾਨ ਹੈ। ਵੱਖੋ ਵੱਖਰੇ ਸੂਬਿਆਂ ਦੀਆਂ ਵੱਖੋ ਵੱਖਰੀਆਂ ਆਵਾਜ਼ਾਂ ਆਉਂਦੀਆਂ ਨੇ। ਕਿਤੇ ਤਿਰੰਗੇ ਦੀ ਗੱਲ ਉੱਠਦੀ ਹੈ, ਕਿਤੇ ਆਪਣੇ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਉੱਠਦੀ ਹੈ। ਮਤਲਬ ਕਿ ਉਹਨੂੰ ਬਰਾਬਰ ਦੇ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦ ਕਿ ਮੈਂ ਪੜ੍ਹ ਰਿਹਾ ਸੀ, ਜਿਹੜੇ ਉੱਗੇ ਇਤਿਹਾਸਕਾਰ ਦਿਲਗੀਰ ਸਾਹਿਬ ਨੇ, ਮੈਨੂੰ ਪੂਰਾ ਨਾਮ ਨਹੀਂ ਯਾਦ ਆ ਰਿਹਾ, ਸ਼ਾਇਦ ਹਰਜਿੰਦਰ ਸਿੰਘ ਦਿਲਗੀਰ, ਉਹ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਨਿਸ਼ਾਨ ਸਾਹਿਬ ਤਾਂ ਝੁਲਾਏ ਜਾਂਦੇ ਨੇ, ਕਦੇ ਵੀ ਤਿਰੰਗੇ ਦੇ ਨਾਲ ਉਹਦੀ ਤੁਲਨਾ ਨਹੀਂ ਹੋ ਸਕਦੀ। ਤਿਰੰਗਾ ਇੱਕ ਮੁਲਕ ਦਾ ਨਿਸ਼ਾਨ ਹੈ। ਹੋਰ ਵੀ ਬਹੁਤ ਕੁਝ ਉਹਨਾਂ ਨੇ ਕਿਹਾ। ਬਹੁਤ ਖਬਰਾਂ ਇਹੋ ਜਿਹੀਆਂ ਜਿਹੜੀਆਂ ਮੈਂ ਚਾਹੁੰਦਾ ਕਿ ਅਸੀਂ ਨਾਲੋਂ ਨਾਲ ਤੁਸੀਂ ਉਹਦੇ ਤੇ ਟਿੱਪਣੀ ਕਰੋ, ਉਹਦਾ ਜ਼ਿਕਰ ਜ਼ਰੂਰ ਹੋਵੇ ਕਿ ਜਿਹੜਾ ਕੁਝ ਸਾਡੇ ਬਾਰਡਰ ਏਰੀਆ ਤੋਂ ਖਬਰਾਂ ਆਉਂਦੀਆਂ ਨੇ ਕਿ ਦੇਖੋ ਜੀ ਉੱਥੇ ਉਹਨਾਂ ਲੋਕਾਂ ਦੇ ਕੋਲੇ ਉਹ ਸਹੂਲਤਾਂ ਜਿਹੜੀਆਂ ਮੂਲ ਚਾਹੀਦੀਆਂ ਹੁੰਦੀਆਂ ਉਹ ਵੀ ਨਹੀਂ ਪਹੁੰਚੀਆਂ। ਕਈ ਵਾਰ ਤਾਂ ਜਿਹੜੇ ਆਰਜ਼ੀ ਪੁਲ ਬਣੇ ਹੁੰਦੇ ਨੇ ਉਹ ਵੀ ਡੁੱਬ ਜਾਂਦੇ ਨੇ, ਟੁੱਟ ਜਾਂਦੇ ਨੇ, ਵਿਚਾਰੇ ਬੇੜੀਆਂ ਨਾਲ ਗੁਜ਼ਾਰਾ ਕਰਦੇ ਨੇ। ਆ ਪੰਜਾਬ ਦੇ ਆਲੇ ਦੁਆਲੇ ਬਾਰਡਰਾਂ ਦੀ ਗੱਲ ਹੈ, ਹੋਰ ਕਿਤੇ ਵੀ ਇਹੋ ਜਿਹੇ ਹਾਲਾਤ ਹੋ ਸਕਦੇ ਨੇ। ਤੇ ਉੱਥੇ ਤੱਕ ਤਿਰੰਗਾ ਝੰਡਾ ਜਿਹੜਾ ਆ ਉਹਨਾਂ ਦੇ ਘਰਾਂ ਤੱਕ, ਉਹਨਾਂ ਦੇ ਗਲੀਆਂ ਤੱਕ ਤਾਂ ਪਹੁੰਚ ਗਿਆ, ਪਰ ਜਿਹੜੀਆਂ ਸਹੂਲਤਾਂ ਪਹੁੰਚਣੀਆਂ ਚਾਹੀਦੀਆਂ ਸੀ ਉਹ ਉਹਨਾਂ ਨੂੰ ਅੱਜ ਤੱਕ ਨਹੀਂ ਮਿਲੀਆਂ। ਦਲਿਤ ਭਾਈਚਾਰੇ ਦੀ ਖਬਰਾਂ ਬਹੁਤ ਨਸ਼ਰ ਹੋ ਰਹੀਆਂ ਕਿ ਉਹਨਾਂ ਦੇ ਸਿਵਿਆਂ ਨੂੰ ਜਾਂਦਾ ਰਾਹ ਜਿਹੜਾ ਆ ਉਹ ਮੱਲ ਲਿਆ ਜਾਂਦਾ, ਉੱਥੇ ਉਹਨਾਂ ਨੂੰ ਜਾਣ ਦਾ ਰਾਹ ਨਹੀਂ ਮਿਲਦਾ। ਇੱਕ ਖਬਰ ਮੈਂ ਕੱਲ ਪੜ੍ਹ ਰਿਹਾ ਸੀ ਕਿ ਮਾਈਨਿੰਗ ਮਾਫੀਆ ਇੰਨਾ ਸਰਗਰਮ ਹੈ ਕਿ ਉਹਨਾਂ ਨੂੰ ਅਸਥੀਆਂ ਤੱਕ ਚੁਗਣ ਨਹੀਂ ਦਿੱਤੀਆਂ ਜਾਂਦੀਆਂ। ਉਹ ਵਿਚਾਰੇ ਰਾਤ ਨੂੰ ਸੰਸਕਾਰ ਕਰਕੇ ਆਉਂਦੇ ਨੇ ਤੇ ਸਵੇਰ ਹੁੰਦਿਆਂ ਨੂੰ ਮਾਈਨਿੰਗ ਵਾਲਾ ਕੰਮ ਸ਼ੁਰੂ ਹੋ ਜਾਂਦਾ ਉੱਥੇ। ਮਤਲਬ ਬਹੁਤ ਕੁਝ ਇਹੋ ਜਿਹਾ। ਫਿਰ ਅਖੀਰ 'ਚ ਸਵਾਲ ਇਹਦੇ ਨਾਲ ਹੀ ਜੁੜਦਾ ਕਿ ਤਿਰੰਗਾ ਸਾਰਿਆਂ ਦੇ ਹੱਥਾਂ 'ਚ ਫੜਾਤਾ, ਕਰੋੜਾਂ ਤਿਰੰਗੇ ਵੰਡ ਦਿੱਤੇ। ਮੋਦੀ ਸਾਹਿਬ ਆਪਣੇ ਥਾਂ ਦੇ ਉੱਤੇ, ਕੇਜਰੀਵਾਲ ਸਾਹਿਬ ਆਪਣੇ ਥਾਂ ਤੇ ਪ੍ਰੋਗਰਾਮ ਮਨਾ ਰਹੇ ਨੇ, ਹਰੇਕ ਸਰਕਾਰ ਕਰ ਰਹੀ ਹੈ। ਤੇ ਹੁਣ ਤਿਰੰਗੇ ਦਾ ਅੱਗੋਂ ਕਰਨਾ ਕੀ ਹੈ 15 ਅਗਸਤ ਤੋਂ ਬਾਅਦ? ਦੇਖੋ, ਤਿਰੰਗਾ ਜਿਹੜਾ ਗਰੀਬਾਂ ਦੇ ਤਾਂ ਉਹ ਥੱਲੇ ਵਿਛਾਉਣ ਦੇ ਕੰਮ ਆਊਗਾ, ਇਹ ਵੀ ਆਪਾਂ ਦੇਖਿਆ ਬਹੁਤ ਵਾਰ। ਲੇਕਿਨ ਇਹ ਜਿਹੜਾ ਤਿਰੰਗਾ, ਘਰ ਘਰ ਤਿਰੰਗਾ, ਚਾਹੇ ਉਹ ਕੇਜਰੀਵਾਲ ਸਾਹਿਬ ਨੇ ਕਿ 25 ਲੱਖ ਜਿਹੜਾ ਹੈ ਤਿਰੰਗਾ ਉਹਨਾਂ ਨੇ ਸਰਕਾਰੀ ਸਕੂਲਾਂ 'ਚ ਵੰਡਿਆ, ਤੇ ਚਾਹੇ ਘਰ ਘਰ ਤਿਰੰਗਾ ਦਾ ਕਾਲ ਜਿਹੜੀ ਦਿੱਤੀ ਹੈ ਮੋਦੀ ਸਾਹਿਬ ਨੇ, ਤੇ ਜਦੋਂ ਜਿਹਦੀ ਸਾਰੇ ਤਿਰੰਗੇ ਨੂੰ ਲੈ ਕੇ ਲੱਗੇ ਹੋਏ ਨੇ। ਕੋਈ 20 ਰੁਪਏ ਦਾ ਵੇਚ ਰਿਹਾ ਤੇ ਕੋਈ 25 ਰੁਪਏ ਦਾ। ਜਿਨ੍ਹਾਂ ਨੂੰ ਰਾਸ਼ਨ ਫ੍ਰੀ ਦੇਣਾ ਸੀ ਉਹਨਾਂ ਤੋਂ ਵੀ ਧੱਕੇ ਨਾਲ 20 ਰੁਪਏ ਜਿਹੜੇ ਲਏ ਜਾ ਰਹੇ ਨੇ। ਔਰ ਰਾਹੁਲ ਗਾਂਧੀ ਤੇ ਉਹਨਾਂ ਦਾ ਜਿਹੜਾ ਆਪਣਾ MP ਹੈ ਪੀਲੀਭੀਤ ਤੋਂ ਵਰਨ ਗਾਂਧੀ, ਉਹ ਕਹਿੰਦਾ ਇਹ ਤਾਂ ਬੜਾ ਸ਼ਰਮਨਾਕ ਹੈ ਕਿ ਅਸੀਂ ਉਹਨਾਂ ਨੂੰ ਵੀ 20 ਰੁਪਏ ਦਾ ਤਿਰੰਗਾ ਵੇਚ ਰਹੇ ਹਾਂ। ਤੇ ਜਿਹੜਾ ਕਾਰਟੂਨਿਸਟ ਹੈ ਜਿਹਦੀ ਜ਼ਿਕਰ ਤੁਸੀਂ ਕੀਤਾ ਹੈ ਕਿ ਭਾਈ ਤਿਰੰਗਾ ਤਾਂ ਸਾਡੇ ਕੋਲ ਹੈ, ਸਾਨੂੰ ਘਰ ਦੇ ਦਿਓ, ਇਹ ਸਾਰਾ ਕੁਝ ਚੱਲ ਰਿਹਾ। ਇਹ ਜਿਹੜੀਆਂ ਗੱਲਾਂ ਤਿਰੰਗੇ ਦੀਆਂ ਹੁੰਦੀਆਂ ਨੇ ਨਾ, ਇਹ ਸੱਚਮੁੱਚ ਹੀ ਇੱਕ ਕਿਸਮ ਦਾ ਮਜ਼ਾਕ ਹੈ। 75 ਸਾਲ ਜਿਹੜਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਅੰਮ੍ਰਿਤ ਮਹਾਉਤਸਵ ਦੇ ਵਿੱਚ ਘੱਟੋ ਘੱਟ ਇਹ ਤਾਂ ਦੇਖ ਲਈਏ ਸਭ ਕੋਲ ਪੀਣ ਵਾਲਾ ਪਾਣੀ ਹੈ, ਸਭ ਕੋਲ ਰਹਿਣ ਲਈ ਘਰ ਹੈ। ਇਹ ਵੀ ਤਾਂ ਆਪਾਂ ਨੂੰ ਦੇਖਣਾ ਪਏਗਾ ਕਿ ਸਭ ਕੋਲ ਰੋਟੀ ਹੈ। 80 ਕਰੋੜ ਨੂੰ ਤਾਂ ਇਹ 5 ਰੁਪਏ ਪ੍ਰਤੀ ਕਿਲੋ ਅਨਾਜ ਦੇ ਕੇ ਫਿਰ ਸੰਸਦ 'ਚ ਕਹਿੰਦੇ ਨੇ ਕਿ ਲੋਕਾਂ ਨੂੰ ਸਾਡਾ ਧੰਨਵਾਦੀ ਹੋਣਾ ਚਾਹੀਦਾ ਹੈ। ਤੇ ਜਿਨ੍ਹਾਂ ਨੇ ਅਨਾਜ ਬੀਜਿਆ ਤੇ ਜਿਹੜਾ ਪੈਦਾ ਕੀਤਾ ਉਹਨਾਂ ਨੂੰ ਅੱਤਵਾਦੀ ਕਹਿ ਕੇ ਤੁਸੀਂ ਜਿਹੜਾ ਹੈ ਕਦੇ ਉਹਨਾਂ ਨੂੰ ਅਲੱਗ-ਅਲੱਗ ਲੱਕ ਦੇ ਕੇ ਤੁਸੀਂ ਜਿਹੜਾ ਉਹਨਾਂ ਦੀ ਆਲੋਚਨਾ ਕਰਦੇ ਹੋ, ਇਹ ਕਦੇ ਕਿਸੇ ਨੇ ਗੱਲ ਨਹੀਂ ਕੀਤੀ। ਮੈਂ ਇਹਨੂੰ ਹੋਰ ਨਜ਼ਰੀਏ ਤੋਂ ਵੀ ਦੇਖਿਆ ਔਰ ਇਹ ਗੱਲ ਮੈਂ ਬਹੁਤ ਜ਼ੋਰਦਾਰ ਢੰਗ ਨਾਲ ਉਠਾਈ ਸੀ। ਤੇ ਮੈਨੂੰ ਤਸੱਲੀ ਇਸ ਗੱਲ ਦੀ ਹੈ ਕਿ ਮੇਰੀ ਇਸ ਗੱਲ ਨੂੰ ਸੁਣਿਆ ਗਿਆ, ਘੱਟੋ ਘੱਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਣਿਆ, ਉਦੋਂ ਬਾਅਦ ਸ਼ਾਇਦ ਕੇਂਦਰ ਕੋਲ ਵੀ ਇਹ ਗੱਲ ਪਹੁੰਚੀ। ਮੈਂ ਇਹ ਕਹਿੰਦਾ ਸੀ ਤਿਰੰਗਾ ਲਾਈ ਜਾਂਦੇ ਹੋ ਤੁਸੀਂ, ਘੱਟੋ ਘੱਟ ਤੁਸੀਂ ਨਹੀਂ ਯਾਦ ਕਰਨਾ ਜਿਹੜੀ ਕੁਰਬਾਨੀ ਪੰਜਾਬੀਆਂ ਨੇ ਦਿੱਤੀ ਹੈ, ਨਾ ਕਰੋ। ਜਿਹੜੇ ਤਿਰੰਗਾ ਜਿਤਰਾਵਾਂ ਕੱਢਦੇ ਨੇ ਉਹਨਾਂ ਨੂੰ ਇਹ ਦੱਸ ਦਿਓ ਉਹਨਾਂ ਨੇ ਕਿਹੜੀ ਕੀਮਤ ਦਿੱਤੀ ਹੈ ਆਜ਼ਾਦੀ ਦੀ।
ਮੈਂ ਇਹ ਪੁੱਛਦਾ ਹਾਂ, ਜਿੱਥੇ ਜਿੱਥੇ ਤਿਰੰਗਾ ਯਾਤਰਾ ਦਾ ਜ਼ੋਰ ਲੱਗ ਰਿਹਾ ਹੈ, ਚਾਹੇ ਉਹ ਗੁਜਰਾਤੀਆਂ ਨੇ ਸ਼ੁਰੂ ਕੀਤਾ, ਗੁਜਰਾਤ ਦੀ ਗੱਲ ਕਰ ਲਓ, ਦਿੱਲੀ ਵਾਲੇ ਕੇਜਰੀਵਾਲ ਸਾਹਿਬ ਕਰ ਲੈਣ, ਜਿਹੜਾ ਮਰਜ਼ੀ ਬੰਦਾ ਦੇਖ ਲੇ ਕਿ ਉਹਨਾਂ ਨੂੰ ਹੱਕ ਕੀ ਹੈ ਕਿ ਜਦੋਂ ਉਹ ਤਿਰੰਗਾ ਯਾਤਰਾ ਕਹਿ ਕੇ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦੇ ਨੇ, ਜਿੰਨਾ ਚਿਰ ਉਹਨਾਂ ਦੇ ਮੂੰਹੋਂ ਇਹ ਗੱਲ ਨਹੀਂ ਨਿਕਲਦੀ ਕਿ ਪੰਜਾਬ ਜਿਹਦੇ 10 ਲੱਖ ਲੋਕ ਮਾਰੇ ਗਏ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਦੋਨੇ ਪਾਸੇ ਜਿਸ ਤਰ੍ਹਾਂ ਲੋਕ ਮਾਰੇ ਗਏ ਉਦੋਂ, ਉਹ ਗੱਲ ਕੌਣ ਉਹਨਾਂ ਨੂੰ ਯਾਦ ਕਰੂ? ਉਹਨਾਂ ਧੀਆਂ ਨੂੰ ਕੌਣ ਯਾਦ ਕਰੂ ਜਿਨ੍ਹਾਂ ਦੇ ਮਾਪਿਆਂ ਨੇ ਉਹਨਾਂ ਨੂੰ ਆਪਣੇ ਹੱਥੀਂ ਮਾਰਿਆ? ਉਹਨਾਂ ਧੀਆਂ ਨੂੰ ਕੌਣ ਯਾਦ ਕਰੂ ਜਿਹੜੇ ਖੂਹਾਂ 'ਚ ਛਾਲਾਂ ਮਾਰ ਕੇ ਉੱਥੇ ਮਰੀਆਂ? ਉਹਨਾਂ ਲੋਕਾਂ ਨੂੰ ਕੌਣ ਯਾਦ ਕਰੂ ਜਿਹੜੇ ਆਪਣੀਆਂ ਜ਼ਮੀਨ ਜਾਇਦਾਦਾਂ ਛੱਡ ਕੇ ਚਲੇ ਗਏ? ਆ ਤੁਹਾਡੇ ਪ੍ਰੋਗਰਾਮ ਤੋਂ ਕੁਝ ਟਾਈਮ ਪਹਿਲਾਂ ਹੀ ਮੇਰੇ ਕੋਲ ਇੱਕ ਫੋਨ ਆਇਆ ਯਾਦਵਿੰਦਰ ਸਿੰਘ ਬਰਗਾੜੀ ਦਾ। ਉਹ ਮੈਨੂੰ ਕਹਿੰਦੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਮੈਨੂੰ ਯਾਦ ਆਉਂਦਾ ਹੈ, ਸਾਨੂੰ ਇੰਡੀਆ ਦੇ ਵਿੱਚ 85 ਬਿੱਗੇ ਜ਼ਮੀਨ ਮਿਲੀ ਹੈ, ਸਾਰੀ 85 ਕਿੱਲੇ, ਤੇ ਉਧਰ ਅਸੀਂ 1400 ਕਿੱਲੇ ਛੱਡ ਕੇ ਆਏ ਸੀ, ਤੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰਦਾ। ਇੱਕ ਬੰਦੇ ਦਾ ਮੈਨੂੰ ਫੋਨ ਆਇਆ, ਕਹਿੰਦਾ ਜੀ ਸਾਨੂੰ 2.5 ਕਿੱਲੇ ਮਿਲੀ ਹੈ, ਉੱਥੇ ਸਾਡੇ 50 ਏਕੜ ਸੀ, ਤੇ ਉਹਨਾਂ ਨੂੰ 75 ਸਾਲਾਂ 'ਚ ਤੁਸੀਂ ਕੰਪਨਸੇਟ ਹੀ ਨਹੀਂ ਕਰ ਸਕੇ। ਜਿਹੜੇ ਜ਼ਮੀਨਾਂ ਜਾਇਦਾਦਾਂ ਛੱਡ ਕੇ ਆਏ, ਜਿਨ੍ਹਾਂ ਦੀਆਂ ਮੌਤਾਂ ਹੋਈਆਂ, ਜਿਨ੍ਹਾਂ ਦੇ ਜਿਹੜੇ ਘਰ ਦੇ ਬਹੁਤ ਨੀਅਰ ਐਂਡ ਡੀਅਰ ਵਿਛੜ ਗਏ, ਕੋਈ 75 ਸਾਲ ਬਾਅਦ ਮਿਲ ਰਿਹਾ, ਕੋਈ 95। ਕਰਤਾਰਪੁਰ ਸਾਹਿਬ ਦੇ ਵਿੱਚ ਹਰ ਰੋਜ਼ ਅਸੀਂ ਖਬਰਾਂ ਪੜ੍ਹਦੇ ਹਾਂ, ਤੇ ਕੋਈ ਅਹਿਮਦ ਬਣ ਕੇ ਮਿਲ ਰਿਹਾ, ਤੇ ਇਧਰੋਂ ਮੋਹਨ ਸਿੰਘ ਜਾਂਦਾ ਹੈ, ਉਹਦਾ ਭਤੀਜਾ। ਤਾਂ ਬਹੁਤ ਕੁਛ ਜਿਹੜਾ ਹੋਇਆ, ਉਹਨਾਂ ਨੂੰ ਕੌਣ ਯਾਦ ਕਰੂ? ਇਹ ਤਿਰੰਗਾ ਯਾਤਰਾ ਜਿਹੜੇ ਕੱਢ ਰਹੇ ਨੇ, ਉਹਨਾਂ ਨੂੰ ਉਹਨਾਂ ਲੋਕਾਂ ਦੀ ਯਾਦ ਨਹੀਂ, ਉਹਨਾਂ ਲੋਕਾਂ ਦੀ ਯਾਦ ਨਹੀਂ ਜਿਨ੍ਹਾਂ ਦੇ ਸਭ ਤੋਂ ਪਿਆਰੇ, ਸਭ ਤੋਂ ਦਿਲ ਦੇ ਨੇੜੇ, ਹਿਰਦੇ ਦੇ ਨੇੜੇ ਨਨਕਾਣਾ ਸਾਹਿਬ ਛੁੱਟ ਗਿਆ, ਜਿਨ੍ਹਾਂ ਦੇ ਪੰਜਾ ਸਾਹਿਬ ਜਿਹਨੂੰ ਹਸਨ ਅਬਦਾਲ ਕਹਿੰਦੇ ਨੇ ਉਧਰ ਰਹਿ ਗਿਆ, ਜਿਨ੍ਹਾਂ ਦਾ ਡੇਰਾ ਸਾਹਿਬ ਉਧਰ ਰਹਿ ਗਿਆ, ਜਿਨ੍ਹਾਂ ਦੇ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਉਧਰ ਰਹਿ ਗਿਆ। ਉਹਨਾਂ ਪੰਜਾਬੀਆਂ ਨੂੰ ਤੁਸੀਂ ਕਿੰਨਾ ਵੀ ਯਾਦ ਕੀਤਾ? ਤੁਸੀਂ ਗੱਲਾਂ ਕਰ ਰਹੇ ਹੋ ਕਿ ਅਸੀਂ ਤਿਰੰਗਾ ਯਾਤਰਾ ਕਰਨੀ ਹੈ। ਤਾਂ ਇਹ ਬਹੁਤ ਕੁਝ ਐਸਾ ਹੈ ਜਿਹੜਾ ਇਹ ਤਿਰੰਗਾ ਯਾਤਰਾ ਕਰੋ ਜੋ ਮਰਜ਼ੀ 75 ਸਾਲ ਬਾਅਦ, ਇਹ ਸਵੈ ਪੜਚੋਲ ਵੀ ਕਰੋ। ਅਸੀਂ ਉਹਨਾਂ ਲੋਕਾਂ ਨੂੰ ਦਿੱਤਾ ਕੀ ਹੈ, ਉਹਨਾਂ ਨੂੰ ਕਿਸ ਕਿਸਮ ਦੇ ਲਕਬ ਦਿੱਤੇ ਨੇ, ਉਹਨਾਂ ਨੂੰ ਕਰਨਾ ਕੀ ਪੈ ਰਿਹਾ ਹੈ। ਤੇ ਜਦੋਂ ਦਲ ਖਾਲਸਾ ਉਸ ਮੁੰਡੇ ਤੋਂ, ਜਿਹੜੇ ਮੁੰਡੇ ਨੇ 26 ਜਨਵਰੀ 21 ਨੂੰ ਚੜਾਇਆ ਸੀ ਝੰਡਾ ਲਾਲ ਕਿਲੇ ਦੇ ਵਿੱਚ ਕਿਸਾਨ ਲਹਿਰ ਦੇ ਦੌਰਾਨ, ਉਹ ਤੋਂ ਫਿਰ ਉਹ ਨਿਸ਼ਾਨ ਸਾਹਿਬ ਚਲਾ ਕੇ ਤੇ ਉਹਨੂੰ ਨੰਗੀਆਂ ਤਲਵਾਰਾਂ ਨਾਲ ਜਿਹੜਾ ਹੈ ਸਲਾਮੀ ਦਿੰਦੇ ਨੇ ਆਪਣੇ ਦਫ਼ਤਰ ਦੇ ਵਿੱਚ। ਜਾਂ ਮਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਫਤਿਹਗੜ੍ਹ ਸਾਹਿਬ ਬੰਦੀ ਸਿੰਘ ਅਤੇ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਦੋਂ ਨਿਸ਼ਾਨ ਸਾਹਿਬ ਹੱਥ 'ਚ ਫੜ ਕੇ ਮਾਰਚ ਕੀਤਾ ਜਾਂਦਾ ਹੈ, ਤਾਂ ਇਹ ਸਾਰੇ ਦੇ ਪਿੱਛੇ ਇਕੱਲੀ ਇਹ ਗੱਲ ਨਹੀਂ ਹੈ, ਉਹ ਬਹੁਤ ਵੱਡੀ ਇੱਕ ਜਿਹੜੀ ਪਈ ਹੈ ਕੁਰਬਾਨੀ ਦੀ ਗੱਲ, ਉਹ ਵੀ ਤਾਂ ਯਾਦ ਕਰੋ ਨਾ। ਉਹ ਕਿਉਂ ਆਪਣੇ ਆਪ ਨੂੰ ਨੰਬਰ 2 ਦੇ ਸ਼ਹਿਰੀ ਇੱਥੇ ਕਹਿੰਦੇ ਨੇ? ਤੇ ਫਿਰ ਜਦੋਂ ਧਰਮ ਸੰਸਦ 21 ਦੇ ਫਰਵਰੀ 21 ਚ ਜਿਹੜੀ ਧਰਮ ਸੰਸਦ ਹੋਈ ਸੀ, ਹਿੰਦੂ ਧਰਮ ਸੰਸਦ, ਉਹਦੇ ਚ ਨਵਾਂ ਸੰਵਿਧਾਨ ਬਣਾਉਣ ਦੀ ਗੱਲ ਹੋਈ ਸੀ, ਤੇ ਨਵਾਂ ਸੰਵਿਧਾਨ ਦੇ 300 ਪੇਜ ਜਿਹੜੇ ਨੇ ਉਹ ਅਗਲੇ ਸਾਲ ਮਾਘ ਦੇ ਮੇਲੇ ਤੇ ਉਹਨਾਂ ਨੇ ਰਿਲੀਜ਼ ਕਰਨਾ ਹੈ। 750 ਪੰਨਿਆਂ ਦਾ ਜਿਹੜਾ ਹੈ ਸੰਵਿਧਾਨ ਬਣਾ ਰਿਹਾ। ਕਿਹਦਾ ਸੰਵਿਧਾਨ ਹੈ? ਹਿੰਦੂ ਰਾਸ਼ਟਰ ਦਾ ਸੰਵਿਧਾਨ ਹੈ, ਤੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਈਸਾਈ ਤੇ ਮੁਸਲਮਾਨ ਰਹਿ ਤਾਂ ਸਕਦੇ ਨੇ ਪਰ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਊ। ਜਿਹਦੇ ਚ ਇਹ ਕਿਹਾ ਗਿਆ ਕਿ ਸਾਡੀ ਰਾਜਧਾਨੀ ਜਿਹੜੀ ਹੈ ਹਿੰਦੂ ਰਾਸ਼ਟਰ ਦੀ, ਉਹ ਦਿੱਲੀ ਦੀ ਬਜਾਏ ਵਾਰਾਣਸੀ ਹੋਊਗੀ। ਇਹ ਧਰਮ ਸੰਸਦ ਚ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਨਿਸ਼ਾਨ ਸਾਹਿਬ ਕਿਉਂ ਚੜਾਏ ਜਾਂਦੇ ਨੇ? ਇਹ ਗੱਲਾਂ ਤੂੰ ਕਿਉਂ ਨਹੀਂ ਦੇਖਿਆ ਜਾਂਦਾ ਵੀ ਕੀ ਕੁਝ ਹੋ ਰਿਹਾ ਇੱਥੇ? ਤੇ ਫਿਰ ਉਹਨਾਂ ਲੋਕਾਂ ਦਾ ਜਿਹਦਾ ਤੁਸੀਂ ਜ਼ਿਕਰ ਕਰਦੇ ਹੋ, ਉਹਨਾਂ ਨੂੰ ਰੋਟੀ ਦਾ ਜ਼ਿਕਰ ਜ਼ਿਆਦਾ ਜ਼ਰੂਰੀ ਹੈ, ਉਹਨੂੰ ਸਲਾਮ ਕਰਨੀ ਬਣਦੀ ਹੈ। ਜਿਹੜਾ ਇਹ ਕਹਿੰਦਾ ਕਿ ਤਿਰੰਗਾ ਹੈ ਸਾਨੂੰ ਘਰ ਦਿਓ, ਤੇ ਜਿਹੜੇ ਸਰਹੱਦੀ ਖੇਤਰ ਦੇ ਪਿੰਡ ਨੇ ਉਹਨਾਂ ਦੀ ਮੈਂ ਖਬਰ ਦੇਖ ਰਿਹਾ ਸੀ, ਫਿਰੋਜ਼ਪੁਰ ਦੇ ਲਾਗੇ ਕਾਹਨੂਵਾਲ ਦੀ, ਜਾਂ ਫਾਜ਼ਿਲਕਾ ਦਾ ਲਾਗੇ ਪਿੰਡ ਹੋਵੇ ਮਹਾਰ ਜਸਮੇਰ, ਉੱਥੇ ਪਿੰਡ ਛੋਟੇ ਛੋਟੇ ਨੇ ਔਰ ਸਰਹੱਦ ਤੇ ਦੇ ਤਿੰਨ ਪਾਸੇ ਸਰਹੱਦ ਲੱਗਦੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਨੇ ਤਿਰੰਗੇ ਆਪਦੀ ਮਰਜ਼ੀ ਨਾਲ ਲਾਏ ਨੇ? ਤਿਰੰਗੇ ਲਾਉਣ ਲਈ BSF ਹੈਗੀ ਹੈ। ਜਦੋਂ ਧੱਕੇ ਨਾਲ ਦੇਸ਼ ਭਗਤੀ ਜਿਹੜੀ ਦਿਖਾਈ ਜਾਂਦੀ ਹੈ, ਤੇ ਫਿਰ ਧੱਕੇ ਨਾਲ ਜਦੋਂ ਲੱਗਦਾ ਹੈ ਮੱਧ ਪ੍ਰਦੇਸ਼ ਦੇ ਉਸ ਇਤਿਹਾਸਕ ਗੁਰਦੁਆਰੇ ਦੇ ਵਿੱਚ ਅੰਦੌਰ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸੀ, ਉਹਨਾਂ ਦੇ ਜਿਹੜੇ ਗੁਰੂ ਘਰ ਦੇ ਵਿੱਚ ਤਿਰੰਗਾ ਲੱਗਦਾ, ਕਦੇ ਸੋਚਿਆ ਗੁਰੂ ਘਰਾਂ 'ਚ ਤਿਰੰਗੇ? ਤਾਂ ਇਹ ਸਾਰਾ ਕੁਝ ਜਿਹੜਾ
ਜਿਸ ਕਿਸਮ ਦੀ ਗੱਲ ਹੋ ਰਹੀ ਹੈ, ਅੰਮ੍ਰਿਤ ਮਹਾਉਤਸਵ ਉਦੋਂ ਚੰਗਾ ਲੱਗਦਾ ਜਦੋਂ ਸਭ ਨੂੰ ਰੋਟੀ ਮਿਲੇ, ਸਭ ਦੇ ਸਿਰ ਤੇ ਛੱਤ ਹੋਵੇ। 75 ਸਾਲਾਂ 'ਚ ਜਦੋਂ ਅਸੀਂ ਇਹ ਤਾਂ ਦੇ ਨਹੀਂ ਸਕੇ, 75 ਸਾਲਾਂ 'ਚ 80 ਕਰੋੜ ਲੋਕਾਂ ਨੂੰ ਮੁਫਤ ਦਾ ਖਾਣਾ ਦੇ ਕੇ ਆਪਣੇ ਆਪ ਨੂੰ ਇਹ ਕਹੀਏ ਕਿ ਅਸੀਂ ਬਹੁਤ ਵੱਡੀ ਮੱਲ ਮਾਰ ਲਈ। 75 ਸਾਲਾਂ ਦੇ ਵਿੱਚ ਜਦੋਂ ਇਹ ਗੱਲ ਆਉਂਦੀ ਹੈ ਕਿ ਸਾਡੇ ਜਿਹੜੇ ਲੋਕਾਂ ਨੂੰ ਰੋਟੀ ਪਾਣੀ ਜਾਂ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ, ਉਹਨੂੰ ਕਹਿੰਦੇ ਨੇ ਰਿਉੜੀਆਂ ਨੇ। ਜਦੋਂ ਸੰਸਦ 'ਚ ਆਪ ਦੱਸਦੇ ਨੇ ਕਿ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਜਿਹੜੇ ਨੇ ਉਹ ਬੈਂਕਾਂ ਦਾ ਕਰਜ਼ਾ ਅਸੀਂ ਰਾਈਟ ਆਫ ਕਰਤਾ, ਤੇ ਕਿਸਾਨਾਂ ਨੂੰ ਕਰਜ਼ਾ ਜਿਹੜਾ ਰਾਈਟ ਆਫ ਦੇਣ ਲਈ, ਉਹਨਾਂ ਦਾ ਮਾਫ ਕਰਨ ਲਈ ਤੇ ਸਰਕਾਰ ਕਰਦੀ ਕੀ ਹੈ, ਬਹੁਤ ਕੁਝ ਪਿਆ ਹੈ ਜਿਹੜਾ ਕੁਝ ਸਮਝਣ ਵਾਲਾ ਹੈ। ਤੇ ਮੈਂ 15 ਅਗਸਤ ਤੇ ਇਹ ਕਹਿ ਰਿਹਾ ਅੱਜ ਦੇ ਦਿਨ ਤੇ ਕਿ ਭਾਈ ਤੁਸੀਂ ਤਿਰੰਗਾ ਯਾਤਰਾਵਾਂ ਕੱਢੋ, ਤੁਸੀਂ ਅੰਮ੍ਰਿਤ ਮਹਾਉਤਸਵ ਮਨਾਓ, ਪਰ ਇੱਕ ਗੱਲ ਯਾਦ ਰੱਖੋ, ਇਹ ਮਨਾਉਣ ਲਈ ਜਿਨ੍ਹਾਂ ਲੋਕਾਂ ਨੇ ਕੁਰਬਾਨੀ ਕੀਤੀ ਹੈ ਉਹਨੂੰ ਯਾਦ ਕਰੋ। ਮੈਂ ਪ੍ਰਸ਼ੰਸਾ ਕਰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿ ਜਿਨ੍ਹਾਂ ਨੇ 16 ਅਗਸਤ ਨੂੰ ਇਹ ਫੈਸਲਾ ਕੀਤਾ ਕਿ ਜਿਹੜਾ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ, 16 ਅਗਸਤ ਨੂੰ ਭੋਗ ਪੈਣੇ ਨੇ ਤੇ ਉੱਥੇ ਉਹਨਾਂ ਨੂੰ ਯਾਦ ਕੀਤਾ ਜਾਣਾ। ਉਹਨਾਂ ਦੇ ਸਮੂਹ ਜਿਹੜੇ ਪੰਜਾਬੀ ਕੁਰਬਾਨ ਹੋਏ ਨੇ ਆਜ਼ਾਦੀ ਲਈ, ਉਹਨਾਂ ਦੇ ਨੂੰ ਸਮਰਪਿਤ ਅਰਦਾਸ ਹੋਣੀ ਹੈ। ਇਹ ਇੱਕ ਚੰਗਾ ਫੈਸਲਾ ਹੈ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਪਤਾ ਇਹ ਵੀ ਲੱਗਿਆ ਕਿ ਮੋਦੀ ਸਾਹਿਬ ਨੇ ਵੀ ਫੈਸਲਾ ਕਰ ਲਿਆ ਕਿ ਉਹ ਵੀ ਯਾਦ ਕਰਨਗੇ। ਚੰਗਾ ਫੈਸਲਾ ਜੇ ਉਹ ਯਾਦ ਕਰਨ ਉਹਨਾਂ ਦਿਨ ਨੂੰ। ਬਿਲਕੁਲ ਬਿਲਕੁਲ, ਉਹਨਾਂ ਦੇ ਜ਼ਖਮਾਂ ਤੇ ਕੁਝ ਤਾਂ ਜਿਹੜਾ ਉਹਨਾਂ ਨੂੰ ਮੱਲਮ ਪੱਟੀ ਲੱਗੇਗੀ, ਪਰ ਫਿਰ ਵੀ ਜਿਸ ਹੱਦ ਤੱਕ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਸ ਹੱਦ ਤੱਕ ਨਹੀਂ ਕੀਤਾ। ਵਾਲੀਆ ਸਾਹਿਬ, ਮੈਂ ਜੇ ਜ਼ਿਕਰ ਕਰਾਂ ਹੁਣ ਅਗਲਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਹ ਕਹਿੰਦੇ ਸੀ ਮੁਹੱਲਾ ਕਲੀਨਿਕ ਬਣਾਵਾਂਗੇ, ਹੁਣ ਇਹ ਆਮ ਆਦਮੀ ਕਲੀਨਿਕ ਬਣਾ ਰਹੇ ਨੇ। ਸ਼ਬਦਾਂ ਦਾ ਹੇਰ-ਫੇਰ ਕਰ ਦਿੱਤਾ, ਜਾਂ ਕਹਿ ਲਓ ਕਿ ਲੋਕਾਂ ਦੇ ਨਾਲ ਉਹੀ ਅੱਖੀਂ ਕੱਟਾ ਪਾਉਣ ਵਾਲੀ ਗੱਲ ਕਰਤੀ। ਫਿਰ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀਆਂ ਤਸਵੀਰਾਂ ਚਮਕ ਰਹੀਆਂ ਨੇ। ਇਹ ਵੀ ਆਪਣੇ ਆਪ 'ਚ ਸਵਾਲ ਹੈ। ਢਾਂਚਾ ਬਹੁਤ ਵਧੀਆ ਬਣਾਇਆ, ਉੱਥੇ ਕਹਿੰਦੇ ਕਿ ਡਾਕਟਰ ਹਰ ਤਰ੍ਹਾਂ ਦੀ ਸਹੂਲਤ ਤੁਹਾਨੂੰ ਦੇਣਗੇ, ਤਕਰੀਬਨ ਆਮ ਆਦਮੀ ਦਾ ਮਤਲਬ ਇਲਾਜ ਉੱਥੇ ਹੋ ਜਾਊਗਾ। ਜ਼ਿਕਰ ਕੀਤਾ ਜਾ ਰਿਹਾ ਸ਼ਾਇਦ 100 ਕਲੀਨਿਕ ਖੋਲਣੇ ਨੇ, ਪਹਿਲਾਂ ਇਹ 75 ਦੀ ਗੱਲ ਕਰਦੇ ਸੀ। ਦੇਖੋ, ਗੱਲ ਇਹ ਹੈ ਕਿ ਮੈਂ ਇਸ ਨੂੰ ਬਿਲਕੁਲ ਉਲਟ ਨਜ਼ਰੀਏ ਤੋਂ ਵੀ ਦੇਖਦਾ ਹਾਂ। ਜਦੋਂ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਪਿਆਰੇ ਲਾਲ ਗਰਗ ਕਹਿੰਦੇ ਨੇ ਕਿ ਜੀ ਡਿਸਪੈਂਸਰੀਆਂ, ਕਮਿਊਨਿਟੀ ਸੈਂਟਰਸ ਪਹਿਲਾਂ ਸੀ, ਉਹਨਾਂ ਨੂੰ ਚੰਗਾ ਕਰ ਲੈਂਦੇ ਤੇ ਫਿਰ ਤੁਹਾਨੂੰ ਜਿਹੜੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਲੋੜ ਹੀ ਨਹੀਂ ਪੈਣੀ ਸੀ, ਤੇ ਸੇਵਾ ਕੇਂਦਰ ਜ਼ਿਆਦਾ ਜ਼ਰੂਰੀ ਨੇ ਉਹ ਵੀ ਚੱਲਦੇ, ਤੇ ਤੁਸੀਂ ਹੁਣ ਖੋਲ ਰਹੇ ਹੋ। ਪਰ ਮੈਂ ਇਹ ਸਮਝਦਾ, ਕੱਲ ਭਗਵੰਤ ਮਾਨ ਨੇ ਜਿਹੜੀ ਇੱਕ ਮੀਟਿੰਗ ਲਈ ਜਿਹਦੇ 'ਚ ਰਿਵਿਊ ਕੀਤਾ ਕਿ 5 ਮੈਡੀਕਲ ਕਾਲਜ ਜਿਹੜੇ ਨੇ ਉਹ ਕਿਸ ਲੈਵਲ ਤੱਕ ਪਹੁੰਚੇ ਨੇ, ਔਰ ਸੰਗਰੂਰ ਦੇ ਮੈਡੀਕਲ ਜਿਹੜਾ ਮਸਤਮਾੜੇ ਬਣਨਾ ਉਹਦੇ 'ਚ ਤਾਂ ਉਹ ਕਹਿੰਦੇ ਅਸੀਂ ਅਸਾਮੀਆਂ ਲਈ ਵੀ ਤਿਆਰੀ ਕਰ ਲਈ ਹੈ, ਭਰਨ ਲਈ ਇਨਫਰਾਸਟਰਕਚਰ ਤਿਆਰ ਹੋ ਰਿਹਾ, ਸਾਰੀ ਹੋ ਰਹੀ ਹੈ। 16 ਮੈਡੀਕਲ ਨਵੇਂ ਖੋਲ੍ਹਣੇ ਨੇ, ਕਪੂਰਥਲਾ ਤੇ ਜਿਹੜਾ ਹੁਸ਼ਿਆਰਪੁਰ ਨੂੰ ਅਪਗ੍ਰੇਡ ਕਰਨਾ, ਬਹੁਤ ਚੰਗੀ ਗੱਲ ਹੈ। ਪਰ ਮੈਂ ਇਹ ਵੀ ਕਹਿਣਾ ਕਿ ਜਿਹੜੇ ਪਿਛਲੇ ਵਾਈਸ ਚਾਂਸਲਰ ਡਾਕਟਰ SS ਗਿੱਲ ਦੀ ਗੱਲ ਵੀ ਸੁਣ ਲਓ ਕਿ ਉਹ ਕਹਿੰਦੇ ਨੇ ਜਿਹੜੇ ਸਾਡੇ ਕੋਲ ਜਿਹੜੇ ਪਹਿਲਾਂ 3 ਕਾਲਜ ਚੱਲਦੇ ਨੇ, ਰਜਿੰਦਰਾ ਕਾਲਜ ਪਟਿਆਲਾ ਜਿਹੜਾ ਰਜਿੰਦਰਾ ਹਸਪਤਾਲ ਦਾ, ਉਹਦੇ 'ਚ ਕਿੰਨੇ ਕੁ ਸਪੈਸ਼ਲਿਸਟ ਨੇ ਇਹ ਵੀ ਦੱਸ ਦਿਓ। ਤੇ ਸਾਡੇ ਕੋਲ ਫਰੀਦਕੋਟ ਸਾਰੇ ਸਪੈਸ਼ਲਿਸਟ ਹੈਗੇ ਨੇ। ਅਸਲ ਗੱਲ ਤਾਂ ਕਾਲਜਾਂ ਨੇ ਪ੍ਰੋਫੈਸਰਾਂ ਨਾਲ ਚੱਲਣਾ, ਪੜ੍ਹਾਉਣ ਵਾਲਿਆਂ ਨਾਲ ਚੱਲਣਾ। ਕਿੱਥੋਂ ਲੈ ਕੇ ਆਓਗੇ, ਕਿਵੇਂ ਲੈ ਕੇ ਆਓਗੇ, ਇਹ ਵੀ ਗੱਲ ਬਹੁਤ ਜ਼ਰੂਰੀ ਹੈ। ਇਹ ਹੋਰ ਵੀ ਜ਼ਰੂਰੀ ਹੈ ਕਿ ਤੁਸੀਂ ਜਿਹੜੇ ਮੁਹੱਲਾ ਕਲੀਨਿਕ ਜਿਹਦਾ ਹੁਣ ਆਪਣਾ ਪ੍ਰਚਾਰ ਕਰਨ ਲਈ ਉਹਦਾ ਨਾਮ ਆਮ ਆਦਮੀ ਕਲੀਨਿਕ ਰੱਖ ਲਿਆ, ਜਿਹੜੀ ਗੱਲ ਤੁਸੀਂ ਕੀਤੀ ਹੈ ਸੁਖਵਿੰਦਰ, ਇਹ ਆਪਣੇ ਆਪ 'ਚ ਬਹੁਤ ਇਸ ਕਰਕੇ ਅਹਿਮ ਹੈ ਕਿ ਬਿਲਕੁਲ ਉਸੇ ਕਿਸਮ ਦਾ ਜਿਹੜਾ ਕਲਚਰ ਹੈ ਇਸ ਪਾਰਟੀ ਨੇ ਰਵਾਇਤੀ ਪਾਰਟੀਆਂ ਨਾਲ ਫੜ ਲਿਆ। ਉਦੋਂ ਤਾਂ ਮਾਨ ਸਾਹਿਬ ਇਹ ਕਹਿੰਦੇ ਸੀ ਕਿ ਇਹ ਕੀ ਹੈ, ਉਹ ਚੁਟਕਲੇ ਸੁਣਾਉਂਦੇ ਸੀ, ਕਹਿੰਦੇ ਯਾਰ ਜਿਹੜਾ ਬਰਤਨ ਦਿੱਤੇ ਉਹਦੇ 'ਚ ਬਾਦਲ ਸਾਹਿਬ ਦੀ ਫੋਟੋ ਹੈ ਤੇ ਨਾਲ ਢੀਂਡਸਾ ਸਾਹਿਬ ਦੀ, ਫਿਰ ਉਹ ਇਕੱਠੀ ਕਹਿੰਦੇ ਨੇ ਇਕੱਠਿਆਂ ਨੂੰ ਮਾਂਜ ਦੋ। ਤੇ ਜਿਹੜੇ ਇਸ ਕਿਸਮ ਦੇ ਵਿਅੰਗ ਛੱਡਦੇ ਸੀ, ਹੁਣ ਉਸ ਤਰ੍ਹਾਂ ਦੀਆਂ ਫੋਟੋਆਂ ਆਪ ਲਾ ਰਹੇ ਨੇ, ਤੋਂ ਉਸੇ ਤਰ੍ਹਾਂ ਦੇ ਨਾਂ ਰੱਖੇ ਜਾ ਰਹੇ ਨੇ। ਔਰ ਜਿਹੜੇ ਮੁਹੱਲਾ ਕਲੀਨਿਕ ਨੇ, ਮੈਂ ਇਹ ਨਹੀਂ ਕਹਿੰਦਾ, ਪਰ ਪਿਆਰੇ ਲਾਲ ਗਰਗ ਬਿਲਕੁਲ ਠੀਕ ਹੈ ਕਿਉਂਕਿ ਰਜਿਸਟਰਾਰ ਰਹੇ ਨੇ, ਉਹਨਾਂ ਨੂੰ ਪਤਾ ਸਿਸਟਮ ਦਾ ਕਿ ਜਿਹੜਾ ਕੁਝ ਚੱਲ ਰਿਹਾ ਉਹਦੇ 'ਚ ਤਾਂ ਪੂਰਾ ਕਰ ਲਓ। ਤੁਸੀਂ ਨਵੀਂ ਗੱਲ ਕਰ ਰਹੇ ਹੋ, ਤੁਹਾਡੇ ਕੋਲ ਹੈ ਕੀ? ਤੁਹਾਡੇ ਕੋਲ 16,000 ਖੋਲਣੇ, 16,000 ਡਾਕਟਰ ਹੈਗੇ ਨੇ, ਤੁਹਾਡੇ ਕੋਲ ਇਨਫਰਾਸਟਰਕਚਰ ਹੈ,
ਤੁਸੀਂ 16 ਮੈਡੀਕਲ ਕਾਲਜ ਖੋਲਣੇ ਨੇ, ਪੈਸਾ ਹੈ ਤੁਹਾਡੇ ਕੋਲ, ਤੇ ਪੈਸਾ ਦਾ 4-5 ਮਹੀਨੇ ਚ 12,000 ਕਰੋੜ ਅਸੀਂ ਕਰਜ਼ਾ ਲੈ ਲਿਆ। ਹਾਲੇ ਆ ਜਦੋਂ ਬਿੱਲ ਵਾਲੇ ਆਉਣੇ ਨੇ, ਜਿਹੜੇ 600 ਬਿੱਲ ਮਾਫ ਕੀਤਾ, ਜ਼ੀਰੋ ਬਿੱਲ ਜਿਹੜਾ ਕਹਿੰਦੇ ਨੇ 51 ਲੱਖ ਲੋਕਾਂ ਨੂੰ ਆਉਣਾ, ਉਹ ਵੀ ਦੇਣਾ। तो ये सारा कुछ ਉਹਨੂੰ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ। ਹੁਣ ਲੋਕ ਸਭ ਕੁਝ ਸਮਝਦੇ ਨੇ। ਮੈਨੂੰ ਲੱਗਦਾ ਲੋੜ ਜ਼ਰੂਰ ਹੈ ਸਿਹਤ ਸਹੂਲਤਾਂ ਦੀ, ਤੇ ਸਿਹਤ ਸਹੂਲਤਾਂ ਲਈ ਇਸ ਤਰ੍ਹਾਂ ਦਾ ਪ੍ਰਚਾਰ ਆਮ ਆਦਮੀ ਕਲੀਨਿਕ ਬਣਾ ਕੇ, ਆਮ ਆਦਮੀ ਪਾਰਟੀ ਦਾ ਪ੍ਰਚਾਰ, ਚਲੋ ਅਸੀਂ ਤਾਂ ਅਰਦਾਸ ਕਰੀਏ ਕਿ ਚੰਗੇ ਚੱਲਣ, ਡਾਕਟਰ ਹੋਣ। ਇੱਕ ਡਾਕਟਰ ਤੋਂ 50 ਰੁਪਏ ਨੂੰ ਮਿਲਣੇ ਨੇ, ਤੇ ਪ੍ਰਾਈਵੇਟ 500 ਰੁਪਇਆ ਲੈਂਦਾ, ਤੇ 50 ਰੁਪਏ ਤਾਂ ਕੁਝ ਵੀ ਨਹੀਂ, ਮੁਫਤ ਵਰਗ ਹੈ। ਪਰ ਮਿਲ ਸਹੀ ਡਾਕਟਰ, ਐਡੇ ਡਾਕਟਰ ਆਉਣਗੇ ਕਿੱਥੋਂ ਜਦੋਂ ਇਹ 16,000 ਦਾ ਵਾਅਦਾ ਕੀਤਾ ਸੀ? ਹਾਲੇ ਤਾਂ 75 ਨੇ, 75 ਤਾਂ ਚਲੋ ਸ਼ਾਇਦ ਚਲਾ ਵੀ ਲੈਣ, ਲੇਕਿਨ 16,000 ਕਿੱਥੋਂ ਚਲਾਉਣਗੇ? ਪਰ ਸੱਚਮੁੱਚ ਹੀ ਹੋਣਾ ਤਾਂ ਇਹ ਚਾਹੀਦਾ ਸੀ, ਜਿਹੜਾ ਕੁਝ ਪਹਿਲਾਂ ਸਾਡੇ ਕੋਲ ਹੈ ਉਹਨੂੰ ਕਿਉਂ ਨਹੀਂ ਅਸੀਂ ਚਲਾਉਂਦੇ? ਜਿਹੜੇ 3 ਕਾਲਜ ਨੇ, ਘੱਟੋ ਘੱਟ ਇੱਕ ਤਾਂ ਕੋਈ ਪੀਜੀਆਈ ਦੇ ਵੱਲੋਂ ਪਟਿਆਲਾ, ਫਰੀਦਕੋਟ, ਅੰਮ੍ਰਿਤਸਰ, ਤਿੰਨਾਂ ਚ ਕੋਈ ਐਸਾ ਹੈ ਜਿੱਥੇ ਅਸੀਂ ਕਹੀਏ ਵੀ ਬੰਦਾ ਜੇ ਬਿਮਾਰ ਹੈ, ਜਿਵੇਂ ਅਸੀਂ ਕਹਿੰਦੇ ਨੇ ਪੀਜੀਆਈ ਲੈ ਜਾਓ ਕਿ ਤੁਸੀਂ ਪਟਿਆਲੇ ਲੈ ਜਾਓ? ਇੱਥੇ ਕੀ ਨਿਊਰੋ ਦਾ ਕੋਈ ਸਰਜਨ ਹੈ? ਇੱਥੇ ਅਲੱਗ-ਅਲੱਗ ਜਿਹੜੇ ਨੇ ਉਹ ਦੱਸ ਦਿਓ ਕਿਹੜੇ ਕਿਹੜੇ ਸਰਜਨ ਨੇ। ਜਦੋਂ ਨਹੀਂ ਹੈ ਫਿਰ ਫਾਇਦਾ ਕੀ ਹੋਇਆ? ਤਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸਾਨੂੰ ਜ਼ਿਆਦਾ ਬਿਲਡਿੰਗਾਂ ਦੀ ਲੋੜ ਨਹੀਂ, ਸਾਨੂੰ ਬੰਦਿਆਂ ਦੀ ਲੋੜ ਹੈ, ਸਪੈਸ਼ਲਿਸਟਾਂ ਦੀ ਲੋੜ ਹੈ। ਉਧਰ ਨੂੰ ਧਿਆਨ ਦੇਣ ਦੀ ਖਾਸ ਜ਼ਰੂਰਤ ਹੈ। ਬਿਲਕੁਲ। ਜਦੋਂ ਇਹ ਗੱਲ ਵਾਲੀ ਸਭ ਆਮ ਆਦਮੀਆਂ ਦੀ ਕਰਦੇ ਨੇ ਨਾ, ਮੇਰੇ ਧਿਆਨ ਚ ਆਇਆ ਕਿ ਜਿਵੇਂ ਤੁਸੀਂ ਕਿਹਾ 50-50 ਰੁਪਏ ਲੈਣਗੇ ਉੱਥੇ ਦਵਾਈ ਦੇਣ ਦੇ, ਜਾਂ ਡਾਕਟਰ ਆਪਣੀ ਫੀਸ 50 ਰੁਪਏ ਰੱਖਣਗੇ। ਪਰ ਇੱਥੇ ਤਾਂ ਆਪਾਂ ਦੇਖਦੇ ਹਾਂ ਕਿ ਕਈ ਥਾਵਾਂ ਦੇ ਉੱਤੇ ਲੋਕ ਮੈਡੀਕਲ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਜਿਹੜੀਆਂ ਮੈਡੀਕਲ ਸ਼ਾਪਸ ਨੇ, ਕਿ ਉੱਥੇ ਜਿਹੜੇ ਮੈਡੀਕਲ ਚਲਾਉਂਦੇ ਨੇ ਉਹ ਦੇ ਦਿੰਦੇ ਨੇ 20-30 ਰੁਪਏ ਦੇ ਵਿੱਚ 2-3 ਟਾਈਮ ਦੀ ਦਵਾਈ। ਜਾਂ ਫਿਰ ਜਿਹੜੇ ਲੋਕਲ ਡਿਸਪੈਂਸਰੀਆਂ ਚੱਲ ਰਹੀਆਂ, ਲੋਕ ਉਹਦੇ ਵੱਲ ਨੂੰ ਨਹੀਂ ਜਾਂਦੇ ਜਿੱਥੇ 5 ਰੁਪਏ ਦੇ ਵਿੱਚ ਤੁਹਾਨੂੰ ਖੁਰਾਕ। ਸੁਖਮਿੰਦਰ ਜੀ ਹੁਣ ਕੀ ਕਰੀਏ? ਕਿਵੇਂ ਕਹੀਏ ਵੀ ਆਪਣਾ ਝੱਗਾ ਕਿਵੇਂ ਚੱਕੀਏ? ਜਿਹੜੇ ਤੁਸੀਂ ਕਹਿ ਰਹੇ ਹੋ ਉਹ ਜਿਹੜੀ 60-40 ਦੀ ਰੇਸ਼ੋ ਹੁੰਦੀ ਹੈ, ਆਯੁਸ਼ਮਾਨ ਜਿਹੜੀ ਬੀਮਾ ਯੋਜਨਾ ਹੈ, ਉਹਦੇ ਚ ਪੈਸਾ ਤਾਂ ਦੇ ਨਹੀਂ ਰਹੇ, ਤੇ ਡਾਕਟਰ ਜਵਾਬ ਦੇ ਗਏ। ਡਾਕਟਰ ਕਹਿੰਦੇ ਅਸੀਂ ਵੀ ਤੁਹਾਡਾ ਮਤਲਬ ਇਲਾਜ ਕਰਨਾ ਜਿੰਨਾ ਚਿਰ ਤੁਸੀਂ ਸਾਨੂੰ ਪੈਸਾ ਨਹੀਂ ਦਿੰਦੇ। ਉਹਨਾਂ ਦਾ ਬਣਦਾ ਪੈਸਾ ਤਾਂ ਉਹਨਾਂ ਨੂੰ ਦਿਓ। ਤੇ ਤੁਸੀਂ ਗੱਲਾਂ ਤਾਂ ਮਤਲਬ ਇਹ ਕਰਦੇ ਨੇ। ਹੁਣ ਪ੍ਰਚਾਰ ਦੀ ਲੋੜ ਜ਼ਿਆਦਾ ਨਹੀਂ, ਅਸਲ ਪ੍ਰਚਾਰ ਜ਼ਿਆਦਾ ਹੋ ਰਿਹਾ। ਅਸੀਂ ਇਹ ਕਰਾਂਗੇ, ਅਸੀਂ ਇਹ ਕਰਾਂਗੇ। ਜੇ ਜਿੰਨਾ ਚਿਰ ਰਹੂਗਾ ਕਿ ਕਰਾਂਗੇ, ਫਿਊਚਰ ਟੈਂਸ ਚ ਰਹੂਗਾ, ਉਦੋਂ ਫਿਰ ਲੋਕ ਸਮਝਣਗੇ ਹਾਲੇ ਵੀ ਇਹ ਇਲੈਕਸ਼ਨ ਮੋਡ ਚ ਨੇ। ਹੁਣ ਤਾਂ ਇਹ ਸੁਣਨ ਨੂੰ ਕੰਨ ਤਰਸਦੇ ਨੇ, ਅਸੀਂ ਆ ਕਰ ਦਿੱਤਾ। ਤੇ ਜਦੋਂ ਇਹ ਕਹੋਗੇ ਪ੍ਰੈਜ਼ੈਂਟ ਟੈਂਸ ਚ ਆਉਂਗੇ, ਉਦੋਂ ਅਸੀਂ ਸਮਝਾਂਗੇ ਕਿ ਬਹੁਤ ਕੁਝ ਵਧੀਆ ਹੋ ਰਿਹਾ। ਹਾਲੇ ਤਾਂ ਗੇ ਹੋ ਰਿਹਾ। ਹੁਣ ਦੇਖਦੇ ਹਾਂ ਕਿ ਪਹਿਲੀ ਵਾਰ ਇਹ ਕਹਿਣਗੇ ਕੱਲ ਨੂੰ ਕਿ ਅਸੀਂ 75 ਕਲੀਨਿਕ ਖੋਲ ਦਿੱਤੇ ਹਨ, ਤੇ ਫਿਰ ਆਪਾਂ 2-4 ਮਹੀਨੇ ਬਾਅਦ ਦੇਖਾਂਗੇ ਇਹ 75 ਕਲੀਨਿਕ ਜੇ ਵਧੀਆ ਚੱਲਦੇ ਨੇ ਤਾਂ ਸ਼ਾਬਾਸ਼ ਦੇਵਾਂਗੇ, ਪ੍ਰਸ਼ੰਸਾ ਕਰਾਂਗੇ। ਪਰ ਹਾਲ ਦੀ ਘੜੀ ਤਾਂ ਸਾਨੂੰ ਖਦਸ਼ਾ ਇਹ ਹੈ ਜਿਹੜੇ ਪਹਿਲੇ ਚੱਲ ਰਹੇ ਨੇ ਉਹ ਕਿਤੇ ਉਹਨਾਂ ਦੀ ਉਹ ਨਾ ਹੋਰ ਬਿਮਾਰ ਹੋ ਜਾਣ। ਬਿਮਾਰ ਤਾਂ ਹੈਗੇ ਨੇ, ਉਹਨਾਂ ਦੀ ਬਿਮਾਰੀ ਦਾ ਇਲਾਜ ਕਰਨਾ ਜ਼ਿਆਦਾ ਜ਼ਰੂਰੀ ਹੈ। ਜਿੰਨਾ ਜ਼ੋਰ ਸਰਕਾਰ ਨੇ ਇਸ਼ਤਿਹਾਰਾਂ ਤੇ ਲਾਇਆ, 36,000 ਮੁਲਾਜ਼ਮ ਵਾਲੇ ਪੱਕਾ ਨਹੀਂ ਹੋਇਆ। ਪਹਿਲਾਂ ਹੀ ਅਖਬਾਰਾਂ ਨੂੰ ਇਸ਼ਤਿਹਾਰ ਦੇ ਕੇ ਕਰੋੜਾਂ ਰੁਪਇਆ ਵੰਡ ਦਿੱਤਾ। ਮੈਂ ਵਾਲੀਆ ਸਾਹਿਬ ਇਹਦੇ ਤੇ ਆਉਣਾ ਹੁਣ ਕਿ ਇਸ਼ਤਿਹਾਰਬਾਜ਼ੀ ਤੋਂ ਤਾਂ ਸਰਕਾਰ ਪਿੱਛੇ ਨਹੀਂ ਹਟ ਰਹੀ। ਉਹ ਤਾਂ ਉਸੇ ਢੰਗ ਨਾਲ ਅਖਬਾਰਾਂ 'ਚ ਦੇਖੋ ਤੁਸੀਂ ਫੁੱਲ ਪੇਜ ਦੇ ਹਾਲੇ ਵੀ ਆ ਰਹੇ ਨੇ, ਭਾਵੇਂ ਸਰਕਾਰ ਦੀ ਜਿੰਨੀ ਮਰਜ਼ੀ ਨੁਕਤਾਚੀਨੀ ਹੋਈ ਜਾਏ। ਤੇ ਇਹਨਾਂ ਨੇ ਕਿਹਾ ਕਿ ਅਸੀਂ ਪੈਸਾ ਬਚਾਉਣਾ ਇੱਕ ਵਿਧਾਇਕ ਇੱਕ ਪੈਨਸ਼ਨ ਦੇ ਨਾਲ। ਪਰ ਵਿਰੋਧੀ ਤਾਂ ਫਿਰ ਕਹਿਣਗੇ, ਵਿਰੋਧੀ ਕੀ ਆਮ ਲੋਕ ਕਹਿੰਦੇ ਨੇ ਕਿ ਜਿਹੜਾ ਪੈਸਾ ਇਸ਼ਤਿਹਾਰਬਾਜ਼ੀ ਤੇ ਲੱਗਣਾ ਆ ਉਹ ਫਿਰ ਇੱਧਰੋਂ ਪੂਰਾ ਕਰੋਗੇ ਜਾਂ ਇਦੋਂ ਵੱਧ ਵੀ ਲਾਉਣਾ ਤੁਸੀਂ? ਦੇਖੋ ਜਿੱਥੇ ਤੱਕ ਤਾਂ ਇਸ਼ਤਿਹਾਰਾਂ ਦੀ ਗੱਲ ਹੈ, ਇੱਥੇ ਬਚਣਾ 100 ਕਰੋੜ ਰੁਪਈਆ। ਤੇ ਇਹਨਾਂ ਨੇ ਦਾਅਵਾ ਕੀਤਾ। ਵੈਸੇ ਫੈਸਲਾ ਬਹੁਤ ਵਧੀਆ ਹੈ, ਜਿਸ ਤਰੀਕੇ ਨਾਲ ਇੱਕ ਵਿਧਾਇਕ ਇੱਕ ਪੈਨਸ਼ਨ ਜਿਹੜੀ ਚੱਲ ਰਹੀ ਸੀ ਉਹ ਬਹੁਤ ਵਧੀਆ ਫੈਸਲਾ, ਕਿਉਂਕਿ 300 ਤੋਂ ਵੱਧ ਲੋਕ ਹਾਲੇ ਤੱਕ ਸਾਬਕਾ ਨਵੇਂ ਮਿਲਾ ਕੇ ਉਹਨਾਂ ਨੂੰ ਪੈਨਸ਼ਨ ਜਾਂਦੀ ਹੈ। ਉਹਨਾਂ ਚੋਂ ਜਿਹੜੇ ਨੇ 100 ਨੇ ਜਿਨ੍ਹਾਂ ਦੀ ਇੱਕ ਟਰਮ ਦੀ ਪੈਨਸ਼ਨ ਜਾਂਦੀ ਹੈ। ਪਰ ਬਹੁਤ ਸਾਰੇ ਪ੍ਰਕਾਸ਼ ਸਿੰਘ ਬਾਦਲ ਦੀ 11 ਇਹ ਵੱਖਰੀ ਗੱਲ ਹੈ, ਉਹ 5.25 ਲੱਖ ਰੁਪਇਆ ਉਹਨਾਂ ਨੇ ਲੈਣ ਤੋਂ ਨਾ ਕਰਤੀ ਕਿ ਦੇ ਦਿਓ ਜਿਹਨੂੰ। ਲੇਕਿਨ ਲਾਲ ਸਿੰਘ ਰਜਿੰਦਰ ਕੌਰ ਭੱਠਲ ਔਰ ਜਿਹੜੇ ਨੇ ਬ੍ਰਹਮ ਮਹਿੰਦਰਾ ਜਿਹੜੇ 6 ਵਾਰੀ ਜਿੱਤੇ ਹੋਏ ਨੇ, ਉਹਨਾਂ ਦਾ ਵੀ ਲਾਓ। ਇਹ ਇਸ ਤਰ੍ਹਾਂ ਬਣਦਾ 75,000 ਤੇ ਉਸ ਤੋਂ ਬਾਅਦ 66% ਤੇ ਪਲੱਸ ਜਿਹੜੀ ਐ ਸਮਝ ਲਓ ਹਰ ਇੱਕ ਟਰਮ ਦਾ 50,000 ਹੋਰ ਜੋੜ ਲਓ ਤੇ ਕਿੱਥੇ ਪਹੁੰਚ ਜਾਂਦੀ ਹੈ ਗੱਲ।
ਉਹ ਬੰਦ ਕਰਨਾ ਚੰਗੀ ਗੱਲ ਹੈ। ਪਰ ਇਹਦਾ ਮਤਲਬ ਇਹ ਨਹੀਂ, ਜਿਵੇਂ ਬਹੁਤ ਚੰਗੀ ਗੱਲ ਸੀ ਜਿੱਥੇ ਮਾਨ ਸਾਹਿਬ ਗਏ ਸੀ ਮੋਹਾਲੀ ਦੇ ਲਾਗੇ ਪਿੰਡਾਂ ਦੇ ਵਿੱਚ, ਤੇ ਕਹਿੰਦੇ ਜੀ ਆਹ ਦੇਖੋ ਜ਼ਮੀਨ ਅਸੀਂ 2828 ਏਕੜ ਛਡਾ ਲਈ, ਫੌਜਾ ਸਿੰਘ ਵੀ 1100 ਏਕੜ ਹੈ, ਉਹ ਕੋਰਟ 'ਚ ਚਲੇ ਗਏ, ਸਟੇ ਮਿਲ ਗਈ। ਤੇ ਇੱਥੇ ਵੀ ਕੋਈ ਪਤਾ ਨਹੀਂ, ਕਿਉਂਕਿ ਜਿਹੜੇ ਸਾਬਕਾ MLA ਨੇ, ਖਾਸ ਤੌਰ ਤੇ ਅਕਾਲੀ ਤੇ ਕਾਂਗਰਸੀ, ਕਿਉਂਕਿ ਘਾਟਾ ਤਾਂ ਉਹਨਾਂ ਨੂੰ ਪਿਆ, ਤਾਂ ਪਹਿਲੀ ਵਾਰ ਵਾਲੇ ਨੇ ਸਾਰੇ, ਇਹਨਾਂ ਨੂੰ ਆਮ ਆਦਮੀ ਪਾਰਟੀ ਦਾ ਕੋਈ ਘਾਟਾ ਨਹੀਂ। ਉਹ ਬੰਦੇ ਜਿਹੜੇ ਨੇ ਉਹਨਾਂ ਨੇ ਕੋਰਟ 'ਚ ਜਾਣ ਦਾ ਫੈਸਲਾ ਕਰ ਲਿਆ, ਤੇ ਉਹਨਾਂ 'ਚੋਂ ਜਸਟਿਸ ਨਿਰਮਲ ਸਿੰਘ ਵੀ ਹੈ ਜਿਹੜਾ ਖੁਦ ਵਕੀਲ, ਜਿਹੜਾ ਜੱਜ ਰਿਹਾ, ਉਹ ਉਹਨਾਂ ਨੇ ਮੂਹਰੇ ਲਾਇਆ। ਤੇ ਹੋ ਸਕਦਾ ਕੋਰਟ 'ਚ ਜਾ ਕੇ ਕਿਸ ਕਿਸਮ ਦੀ ਦਲੀਲ ਦਿੰਦੇ ਨੇ, ਇਹ ਵੀ ਦਲੀਲ ਹੋ ਸਕਦੀ ਹੈ ਕਿ ਸਾਨੂੰ ਤਾਂ ਪਹਿਲਾਂ ਦੀ ਮਿਲਦੀ ਆ, ਆਉਣ ਵਾਲਿਆਂ ਦਾ ਇੱਕ ਵਿਧਾਇਕ ਇੱਕ ਪੈਨਸ਼ਨ ਕਰ ਲਓ, ਹਾਲੇ ਇਹ ਨਹੀਂ ਕਹਿ ਸਕਦੇ, ਪਰ ਹੈ ਗੱਲ ਵਧੀਆ। ਲੇਕਿਨ ਜਿਹੜੀ ਦੂਜੀ ਗੱਲ ਤੁਸੀਂ ਕੀਤੀ ਹੈ, ਇਹ ਉਦੋਂ ਵੀ ਅਹਿਮ ਹੈ ਕਿ ਜਿਹੜੇ ਵੀ ਉਹਦੇ 'ਚ ਇਸ਼ਤਿਹਾਰਬਾਜ਼ੀ ਤੇ ਪੈਸਾ 100 ਕਰੋੜ ਜਾਣਾ ਕਿੱਥੇ ਹੈ, ਕਿੱਥੇ ਖਰਚਣਾ, ਇਹ ਵੀ ਕੋਈ ਮਦਦ ਦੇ ਦਿੰਦੇ, ਲੋਕ ਭਲਾਈ ਲਈ ਖਰਚਣਾ। ਤੇ ਹੁਣ ਇਹ ਕਹਿ ਕੇ ਕਿ ਅਸੀਂ ਆਪਣੀਆਂ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ, ਉਹਦੇ ਲਈ ਅਸੀਂ ਇਸ਼ਤਿਹਾਰ ਦੇਣੇ ਨੇ, ਇਹ ਕੋਈ ਵੱਡਾ ਲੌਜਿਕ ਨਹੀਂ ਹੈ। ਤੇ ਖਾਸ ਤੌਰ ਤੇ ਪੰਜਾਬ ਦੇ ਹਾਲੇ ਹੋਣੀ ਹੈ ਇਨਫੋਰਮੇਸ਼ਨ, ਲੇਕਿਨ ਦਿੱਲੀ ਦੀ RTI ਇਨਫੋਰਮੇਸ਼ਨ ਨੇ ਤਾਂ ਕਮਾਲ ਕਰਤੀ। ਇਹਨਾਂ ਨੇ ਜਿਹੜੇ ਵਜ਼ੀਫਾ ਦੇਣਾ ਸੀ, ਤੇ 69 ਬੰਦਿਆਂ ਨੇ ਅਪਲਾਈ ਕੀਤਾ ਸਟੱਡੀ ਵਜ਼ੀਫੇ ਲਈ, ਤੇ 2 ਬੰਦਿਆਂ ਨੂੰ 10-10 ਲੱਖ ਰੁਪਏ ਸਟੱਡੀ ਲੋਨ ਦਿੱਤਾ, ਤੇ 19 ਕਰੋੜ ਰੁਪਇਆ ਉਸਦੀ ਐਡਵਰਟਾਈਜ਼ਮੈਂਟ ਤੇ ਖਰਚਿਆ। ਤੋਂ ਲੋਕ ਇਹ ਕਹਿੰਦੇ ਨੇ ਵੀ ਇਹ ਚੱਲ ਕੀ ਰਿਹਾ। ਚੱਲ ਤਾਂ ਹੁਣ ਪੰਜਾਬ 'ਚ ਵੀ ਕੋਈ ਪਤਾ ਨਹੀਂ ਕਿ ਹਰ ਰੋਜ਼ ਜਿਹੜਾ ਜਿਸ ਤਰੀਕੇ ਨਾਲ ਇਹ ਦਿੱਤੇ ਜਾਂਦੇ ਨੇ ਫੁੱਲ ਪੇਜ ਦੇ ਸਪਾਂਸਰਡ ਪੇਜ, ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਖਬਰ ਹੈ ਜਾਂ ਇਹ ਇਸ਼ਤਿਹਾਰ ਹੈ। ਤੇ ਹੈਰਾਨੀ ਦੀ ਗੱਲ ਹੈ ਵੀ ਜੇ ਉਹਦੇ 'ਚ ਖਬਰ ਵਾਲੇ ਤੱਤ ਨੇ ਤਾਂ ਤੁਹਾਨੂੰ ਪੈਸਾ ਖਰਚਣ ਦੀ ਕੀ ਲੋੜ ਹੈ? ਕਿਉਂ ਫੁੱਲ ਪੇਜ ਅੱਜ ਵੀ ਦਿੱਤੇ ਹੋਏ ਨੇ, ਕਿਉਂ ਦਿੰਦੇ ਹੋ ਇਸ਼ਤਿਹਾਰ ਤੁਸੀਂ? ਤਾਂ ਉਹਦੇ ਵਿੱਚ ਉਹ ਗੱਲ ਹੀ ਉਹ ਅਨੈਤਿਕ ਹੈ, ਉਹ ਐਥੀਕਲੀ ਵੀ ਗਲਤ ਹੈ। ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਲੁਕਵੇਂ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਦੇ ਹੋ, ਉਹ ਝੂਠ ਧੋਖਾ ਹੁੰਦਾ। ਲੋਕਾਂ ਨੂੰ ਲੱਗਦਾ ਖਬਰ ਹੈ, ਹੁੰਦਾ ਉਹ ਇਸ਼ਤਿਹਾਰ ਹੈ, ਪੈਸੇ ਦੇ ਕੇ ਲਵਾਇਆ। ਤੇ ਦੂਜਾ ਇਹਦੇ 'ਚ ਹੋਰ ਵੀ ਐਂਗਲ ਹੈ ਕਿ ਜੇ ਉਹ ਨਾ ਹੁੰਦਾ ਤਾਂ ਉੱਥੇ ਕੋਈ ਸਹੀ ਤੇ ਤੱਥ ਆਧਾਰਿਤ ਫੈਕਟ ਬੇਸਡ ਖਬਰ ਲੱਗਣੀ ਸੀ। ਤੋਂ ਲੇਕਿਨ ਆਮ ਆਦਮੀ ਪਾਰਟੀ ਇਸ਼ਤਿਹਾਰਾਂ ਤੇ ਪੂਰਾ ਜ਼ੋਰ ਦਿੰਦੀ ਹੈ। ਲੋਕਾਂ ਨੂੰ, ਵਿਰੋਧੀ ਧਿਰਾਂ ਨੂੰ ਇਹ ਖਦਸ਼ਾ ਹੈ ਕਿ 100 ਕਰੋੜ ਰੁਪਇਆ ਜਾਣਾ ਕਿੱਥੇ ਹੈ। ਲੱਗਦਾ ਕਿ ਮਾਨ ਸਾਹਿਬ ਦੱਸਣਗੇ ਕਿ ਅਸੀਂ ਇਸ ਮਦਦ ਨੂੰ ਇੱਥੇ ਖਰਚਾਂਗੇ, ਜਿਹੜੇ ਪੈਸੇ ਸਾਡੇ ਬਚਣਗੇ, ਕਿਹੜੀਆਂ ਭਲਾਈ ਸਕੀਮਾਂ ਤੇ ਖਰਚਣਾ ਇਹ ਪਤਾ ਲੱਗੂ। ਲੇਕਿਨ ਹਾਲ ਦੀ ਘੜੀ ਇਹ ਜਦੋਂ ਨੋਟੀਫਿਕੇਸ਼ਨ ਹੋਇਆ, ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਜਿੰਨਾ ਜ਼ੋਰ ਜਿਹੜਾ ਐਡਵਰਟਾਈਜ਼ਮੈਂਟ ਤੇ ਲਾਇਆ, ਜੇ ਲੋਕ ਜਿਹੜੇ ਨੇ ਬੱਚਾ ਸੋਸ਼ਲ ਮੀਡੀਆ ਤੇ ਬੈਠਾ, ਜਦੋਂ ਲੋਕਾਂ ਦੇ ਕੰਮ ਹੋਣਗੇ, ਲੋਕ ਆਪ ਵੀਡੀਓ ਬਣਾ ਲਾਈਵ ਹੋ ਕੇ ਮੇਰੇ ਹਿਸਾਬ ਨਾਲ ਵਾਇਰਲ ਕਰ ਦੇਣਗੇ। ਦੇਖੋ ਅੱਜ ਮੈਂ ਗਿਆ ਸੀਗਾ ਥਾਣੇ ਤੇ ਮੇਰੇ ਤੋਂ ਰੁਪਈਆ ਵੀ ਨਹੀਂ ਲਿਆ ਤੇ ਮੇਰਾ ਕੰਮ ਹੋ ਗਿਆ, ਜਾਂ ਅੱਜ ਮੈਂ ਸੈਕਟਰੀਏਟ ਗਿਆ ਸੀਗਾ ਉੱਥੇ ਮੇਰਾ ਆਹ ਕੰਮ ਬਣ ਗਿਆ। ਲੋਕ ਰਜਿਸਟਰੀਆਂ ਲੋਕਾਂ ਦੀਆਂ ਹੋ ਨਹੀਂ ਰਹੀਆਂ, ਇੰਤਕਾਲ ਚੜ ਨਹੀਂ ਰਹੇ, ਟੈਕਸ ਐਂਟਰੀਆਂ ਬੰਦ ਹੋਈਆਂ ਪਈਆਂ, ਬੱਚੇ ਵਿਦੇਸ਼ਾਂ 'ਚ ਜਾਣ ਤੋਂ ਬੈਠੇ ਨੇ, ਫਰਦਾਂ ਨਿਕਲ ਨਹੀਂ ਰਹੀਆਂ। ਸਰਕਾਰ ਕਹਿੰਦੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ, ਤੇ ਉਹ ਇਸ਼ਤਿਹਾਰਬਾਜ਼ੀ ਦੇ ਨਾਲ ਹੀ ਕੰਮ ਆਪਣਾ ਸਾਰੀ ਜਾਂਦੇ ਨੇ। ਲੋਕ ਆਪ ਤੁਹਾਡੀ ਜਿਹੜੀ ਆ ਉਹ ਇਸ਼ਤਿਹਾਰਬਾਜ਼ੀ ਕਰ ਦੇਣਗੇ ਜੇ ਤੁਸੀਂ ਕਿਤੇ ਲੋਕਾਂ ਦੇ ਕੰਮ ਕਰਦੇ ਰਹੋ। ਮੈਂ ਗੱਲ ਸਰ ਹੁਣ ਜਿਹੜੀ ਆਪਾਂ ਸਿਹਤ ਦੀ ਤਾਂ ਕਰ ਚੁੱਕੇ ਹਾਂ, ਗੱਲ ਸਿੱਖਿਆ ਦੀ ਹੈ। ਸਿੱਖਿਆ ਦਾ ਮਾਡਲ ਕਹਿੰਦੇ ਪੰਜਾਬ ਨੂੰ ਅਸੀਂ ਬਣਾ ਦੇਣਾ ਦਿੱਲੀ ਤੋਂ ਬਾਅਦ, ਕਿ ਅਸੀਂ ਇਸ ਮਾਡਲ ਨੂੰ ਹੁਣ ਪੂਰੇ ਮੁਲਕ 'ਚ ਦਿਖਾਵਾਂਗੇ, ਇਹਦੇ ਸਿਰ ਤੇ ਹੀ ਜਾ ਕੇ ਕੇਂਦਰ 'ਚ ਸਰਕਾਰ ਬਣਾਵਾਂਗੇ। 2024 ਦੇ ਨਿਸ਼ਾਨੇ ਨੇ। ਪਰ ਜਿਹੜਾ ਹਾਲ ਸਾਡੇ ਸੂਬੇ ਦੀਆਂ ਯੂਨੀਵਰਸਿਟੀਆਂ ਦਾ ਹੋ ਰਿਹਾ, ਉਹ ਆਪਣੇ ਆਪ ਦੇ ਵਿੱਚ ਜਿਹੜਾ ਉਹ ਸਰਕਾਰ ਨੂੰ ਸ਼ਰਮਸਾਰ ਕਰਦਾ ਹੈ ਕਿ ਤੁਸੀਂ ਕਿਹੜੇ ਪਾਸੇ ਤੁਰੇ ਫਿਰਦੇ ਹੋ, ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਦੇਖੋ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ 'ਚ ਤਨਖਾਹ ਨਹੀਂ ਮਿਲਦੀ ਆ। ਸਾਨੂੰ ਆਪਣੀ ਪੈਨਸ਼ਨ ਲੈਣ ਲਈ ਕੋਰਟ ਦਾ ਸਹਾਰਾ ਲੈਣਾ ਪਿਆ, ਤੇ ਕੋਰਟ, ਹਾਈ ਕੋਰਟ ਦਾ ਇਹ ਡਿਸੀਜਨ ਹੈ, ਸੁਪਰੀਮ ਕੋਰਟ ਦਾ ਵੀ ਡਿਸੀਜਨ ਹੈ ਕਿ ਪੈਨਸ਼ਨਰਸ ਨੂੰ ਹਰ ਹਾਲ 'ਚ 10 ਤਰੀਕ ਤੋਂ ਪਹਿਲਾਂ ਪੈਨਸ਼ਨ ਮਿਲਣੀ ਚਾਹੀਦੀ ਹੈ, ਤੇ ਜੇ ਨਹੀਂ ਦਿੰਦੇ ਕੰਟੈਂਪਟ ਆਫ ਕੋਰਟ ਹੁੰਦਾ। ਇਸ ਕਰਕੇ ਪੈਨਸ਼ਨ ਤਾਂ ਸਾਨੂੰ ਮਿਲਣੀ ਸ਼ੁਰੂ ਹੋਈ ਹੈ, ਹਾਲੇ ਵੀ ਡਿਊ ਪਈ ਹੈ ਪਿਛਲੇ ਮਹੀਨੇ ਦੀ। ਲੇਕਿਨ ਜਿਹੜੀ ਪੰਜਾਬੀ ਯੂਨੀਵਰਸਿਟੀ ਦਾ ਤਾਂ ਹਾਲ ਆਪਾਂ ਛੱਡ ਦਈਏ, ਜਿਹੜੀ ਮੈਡੀਕਲ ਯੂਨੀਵਰਸਿਟੀ ਦਾ ਪਤਾ ਲੱਗਿਆ ਕਿ ਹੁਣ ਕਾਰਜਕਾਰੀ ਲਾਤਾ ਇੱਕ ਡਾਕਟਰ ਨੂੰ ਵਾਈਸ ਚਾਂਸਲਰ। ਪਰ ਜਿਹੜੀ ਕਮਾਲ ਤਾਂ ਹੈ ਕਿ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਜਿਹਨੇ ਗ੍ਰੀਨ ਰੈਵੋਲੂਸ਼ਨ 'ਚ ਬਹੁਤ ਵੱਡਾ ਰੋਲ ਪਲੇ ਕੀਤਾ ਸੀ, ਉਹ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪਿਛਲੇ 13-14 ਮਹੀਨੇ ਤੋਂ ਉੱਥੇ
ਨਾ ਤਾਂ ਕੋਈ ਵਾਈਸ ਚਾਂਸਲਰ ਹੈ, ਨਾ ਕੋਈ ਡਾਇਰੈਕਟਰ ਐਕਸਟੈਂਸ਼ਨ ਹੈ, ਨਾ ਡਾਇਰੈਕਟਰ ਰਿਸਰਚ ਹੈ, ਨਾ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਹੈ। ਮਤਲਬ ਕਮਾਲ ਹੈ। ਜਿਹੜੀ ਯੂਨੀਵਰਸਿਟੀ ਦੇ ਵਿੱਚ ਜੇ ਪੰਜਾਬ ਦੀ ਪਾਪੂਲੇਸ਼ਨ 3 ਕਰੋੜ ਮੰਨ ਲਈਏ, 3 ਕਰੋੜ ਹੈ, 3 ਕਰੋੜ 5 ਲੱਖ ਹੈ ਸ਼ਾਇਦ, ਤੇ 1 ਕਰੋੜ 73 ਲੱਖ ਲੋਕ ਪੰਜਾਬੀ ਜਿਹੜੇ ਪਿੰਡਾਂ 'ਚ ਵੱਸਦੇ ਨੇ, ਉਹਨਾਂ ਦਾ 12,673 ਪਿੰਡ ਨੇ, ਉਹਨਾਂ ਦੇ ਲਈ ਤਾਂ ਇਹ ਯੂਨੀਵਰਸਿਟੀ ਬਹੁਤ ਇੰਪੋਰਟੈਂਟ ਹੈ। ਲੇਕਿਨ ਹਾਲ ਤਾਂ ਇਹ ਹੋਇਆ ਪਿਆ ਕਿ ਅਸੀਂ ਉਧਰ ਨਾ ਤਾਂ ਅਸੀਂ ਬਾਈ ਚਾਂਸਲਰ ਲਾਉਣੇ ਆ, ਕਿਉਂ ਨਹੀਂ ਲਾ ਰਹੇ, ਇਹ ਤਾਂ ਸਰਕਾਰ ਹੀ ਜਾਣਦੀ ਹੈ, ਸਰਕਾਰਾਂ ਜਾਣਦੀਆਂ ਨੇ। ਮੈਂ ਤਾਂ ਕਹੂੰਗਾ ਕੱਲਾ ਮਾਨ ਸਾਹਿਬ ਤੇ ਨਹੀਂ ਇਹ ਗੱਲ ਜਾਂਦੀ ਕਿ ਜਦੋਂ ਡਾਕਟਰ ਬਲਦੇਵ ਸਿੰਘ ਢਿੱਲੋਂ ਦੀ ਟਰਮ ਪੂਰੀ ਹੁੰਦੀ ਹੈ 30 ਜੂਨ ਜਿਹੜਾ ਹੈ ਪਿਛਲੇ ਸਾਲ 21 ਦੇ ਵਿੱਚ, ਉਦੋਂ ਬਾਅਦ ਹੁਣ 22 ਦੀ ਅਗਸਤ ਆ ਗਈ ਤੇ ਹਾਲੇ ਤੱਕ ਕੋਈ ਬਾਈ ਚਾਂਸਲਰ ਕਿਉਂ ਨਹੀਂ ਲੱਗਿਆ? ਨਾ ਕੈਪਟਨ ਸਾਹਿਬ ਨੇ ਲਾਇਆ, ਨਾ ਚੰਨੀ ਸਾਹਿਬ ਨੇ ਲਾਇਆ, 5 ਮਹੀਨੇ ਹੋ ਗਏ ਇਹਨਾਂ ਨੇ ਨਹੀਂ ਲਾਇਆ, ਤੇ ਫਿਰ ਅਸੀਂ ਕਿਵੇਂ ਮੰਨੀਏ? ਅਸੀਂ ਸਮਝਦੇ ਸਰਕਾਰਾਂ ਦੀ ਤਾਂ ਤਰਜੀਹ ਨਹੀਂ ਹੈ ਯੂਨੀਵਰਸਿਟੀਆਂ, ਇਹਨਾਂ ਤੋਂ ਜ਼ਿਆਦਾ ਆਦਤ ਸੀ। ਤੇ ਇਹਨਾਂ ਦਾ ਹਾਲ ਇਹ ਹੈ, ਨਾ ਐਗਰੀਕਲਚਰ ਨਾਲ ਸੰਬੰਧਿਤ ਜਿਹੜੀ ਯੂਨੀਵਰਸਿਟੀ, ਨਾ ਹੀ ਐਗਰੀਕਲਚਰ ਡਿਪਾਰਟਮੈਂਟ ਜਿਹਨੇ ਲੋਕਾਂ ਤੱਕ ਲੈ ਕੇ ਜਾਣਾ। ਤੇ ਜੇ ਯੂਨੀਵਰਸਿਟੀ ਦਾ ਹਾਲ ਦੇਖੀਏ, ਉੱਥੇ ਤਾਂ ਹੈਰਾਨੀ ਹੁੰਦੀ ਹੈ ਮੈਨੂੰ। ਉੱਥੇ ਜਿਸ ਕਿਸਮ ਦੀਆਂ ਭਰਤੀਆਂ ਹੋਈਆਂ ਨੇ ਯੂਨੀਵਰਸਿਟੀ ਦੇ ਵਿੱਚ, ਮੈਨੂੰ ਜਿਹੜਾ ਮੁੰਡਾ ਮਰਨ ਵਰਤ ਤੇ ਬੈਠਾ ਹੈ ਬਵਨਪ੍ਰੀਤ, ਉੱਥੇ ਇਹ ਵੀ ਦੱਸਦੀ ਆਪਾਂ ਆਪਣੇ ਦਰਸ਼ਕਾਂ ਨੂੰ, ਪਿਛਲੇ 19 ਦਿਨਾਂ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਟੂਡੈਂਟ ਐਸੋਸੀਏਸ਼ਨ ਇੱਕ ਐਜੀਟੇਸ਼ਨ ਕਰ ਰਹੀ ਹੈ। ਤੇ ਉਹ ਐਜੀਟੇਸ਼ਨ 'ਚ ਪਿਛਲੇ 3 ਦਿਨ ਤੋਂ ਉਹਨਾਂ ਦਾ ਲੀਡਰ ਬਵਨਪ੍ਰੀਤ ਉਹ ਮਰਨ ਵਰਤ ਤੇ ਬੈਠਾ ਹੈ। ਮੰਗ ਇਹ ਹੈ ਕਿ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਛੱਡੋ, ਜਿਹੜੇ ਖੇਤੀਬਾੜੀ 'ਚ ਤੁਸੀਂ ਤਾਂ ਇਹ ਕਿਹਾ ਸੀ ਕਿ ਮਾਨ ਸਾਹਿਬ ਦੀ ਸਰਕਾਰ ਜੇ ਬਣਦੀ ਆ ਆਮ ਆਦਮੀ ਪਾਰਟੀ ਦੀ, ਤਾਂ ਅਸੀਂ ਤੁਹਾਡੀਆਂ ਜਿਹੜੀਆਂ ਅਸਾਮੀਆਂ ਕ੍ਰੀਏਟ ਕਰਾਂਗੇ। ਇੱਥੇ ਤਾਂ ਜਿਹੜੇ ਖਾਲੀ ਪਈਆਂ ਨੇ ਖੇਤੀਬਾੜੀ ਡਿਪਾਰਟਮੈਂਟ 'ਚ, ਉਹ ਨਹੀਂ ਭਰੀਆਂ ਜਾ ਰਹੀਆਂ। ਤੇ ਉਹਦਾ ਹਾਲ ਇਹ ਹੈ, ADO ਦੀਆਂ ਜਿਹੜੀਆਂ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਦੀਆਂ 934 ਪੋਸਟਾਂ 'ਚ 570 ਖਾਲੀ ਨੇ। ਅਸਿਸਟੈਂਟ ਜਿਹੜੇ ਨੇ ASI ਜਿਹਨੂੰ ਕਹਿੰਦੇ ਨੇ 725 ਚੋਂ 350 ਖਾਲੀ ਨੇ। ਹਾਰਟੀਕਲਚਰ ਦੇ ਜਿਹੜੇ ਡਿਪਾਰਟਮੈਂਟ ਦੇ ਨੇ ਉਹਨਾਂ 'ਚ 225 125 ਖਾਲੀ ਨੇ। SCO 'ਚ 226 ਚੋਂ 129 ਖਾਲੀ ਨੇ। DMO 'ਚ 14 ਚੋਂ 6 ਖਾਲੀ ਨੇ। ਮਾਰਕੀਟ ਸੈਕਟਰੀ 141 ਚੋਂ 56 ਖਾਲੀ ਪਏ ਨੇ। ਤੇ ਫਿਰ ਉਹ ਕਹਿੰਦੇ ਇਹ ਕਿਸਾਨੀ, ਉਹਨਾਂ ਨੇ ਬਹੁਤ ਵਧੀਆ ਲੌਜਿਕ ਦਿੱਤਾ। ਉਹ ਕਹਿੰਦੇ ਦੇਖੋ ਨਰਮੇ ਨੂੰ ਸੁੰਡੀ ਪੈ ਗਈ, ਕਦੇ ਚਿੱਟੀ ਕਦੇ ਗੁਲਾਬੀ, ਅਸੀਂ ਉਹਨਾਂ ਨੂੰ ਮੁਆਵਜ਼ਾ ਦਿੰਦੇ ਆ। ਮੁਆਵਜ਼ਾ ਅਸੀਂ 1500-1600 ਕਰੋੜ ਦਿੱਤਾ। ਜੇ ਕਹਿੰਦੇ ਸਾਰੀਆਂ ਅਸਾਮੀਆਂ ਵੀ ਭਰੀਆਂ ਜਾਣ ਤਾਂ ਉਹਨਾਂ ਦੀ ਜੇ 30 ਸਾਲ ਵੀ ਬੰਦੇ ਨੇ ਸਰਵਿਸ ਕਰਨੀ ਹੈ ਤਾਂ ਵੀ 500-700 ਕਰੋੜ 'ਚ ਫਰ ਜਾਣਾ। ਉਦੋਂ ਜ਼ਿਆਦਾ 1 ਸਾਲ 'ਚ ਅਸੀਂ ਮੁਆਵਜ਼ਾ ਦੇ ਦਿੰਦੇ ਆ। ਤੁਸੀਂ ਕਿਉਂ ਨਹੀਂ ਇਹ ਭਰਦੇ? ਸਾਰੀ ਉਮਰ ਲਈ ਉਹਨਾਂ ਦੀ ਜ਼ਿੰਮੇਵਾਰੀ ਬਣੂਗੀ। ਤੇ ਹਾਲ ਤਾਂ ਇਹ ਹੋਇਆ ਪਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਾਰੇ ਜਦੋਂ ਅੰਕੜੇ ਦੱਸੇ ਗਏ ਮੈਂ ਹੈਰਾਨ ਹੋ ਗਿਆ। ਤੇ ਫਿਰ ਮੈਂ ਵਾਈਸ ਚਾਂਸਲਰ ਡਾਕਟਰ ਢਿੱਲੋਂ ਨਾਲ ਗੱਲ ਕੀਤੀ ਵੀ ਇਹ ਕੀ ਹੋਇਆ ਤੁਹਾਡੇ ਟਾਈਮ। ਹੁਣ ਜਿਵੇਂ ਐਗਰੀਕਲਚਰ ਇਕਨੋਮਿਕਸ ਦੀਆਂ ਕੁੱਲ ਭਰਤੀਆਂ ਹੋਈਆਂ 11, ਉਹਨਾਂ 'ਚ 9 ਗੈਰ ਪੰਜਾਬੀ, 81% ਗੈਰ ਪੰਜਾਬੀ। ਬਾਇਓਟੈਕਨੋਲੋਜੀ ਜਿਹੜੀ ਐਗਰੀਕਲਚਰ ਬਾਇਓਟੈਕਨੋਲੋਜੀ 'ਚ 19 ਚੋਂ 8 ਗੈਰ ਪੰਜਾਬੀ, 88%। ਸਬਜ਼ੀ ਵਿਗਿਆਨ 'ਚ 14 ਚੋਂ 11, 78% ਗੈਰ ਪੰਜਾਬੀ। ਫਲ ਵਿਗਿਆਨ 'ਚੋਂ 8 ਚੋਂ 6 ਗੈਰ ਪੰਜਾਬੀ। ਫੁੱਲ ਵਿਗਿਆਨ 'ਚ 3 ਚੋਂ 2। ਪੌਦਾ ਰੋਗ ਜਿਹਦਾ ਹੁਣ ਮੈਂ ਜ਼ਿਕਰ ਕਰਕੇ ਹਟਿਆ 15 ਪੋਸਟਾਂ ਭਰੀਆਂ ਗਈਆਂ, 9 ਗੈਰ ਪੰਜਾਬੀ। ਮੌਸਮ ਵਿਗਿਆਨ 'ਚ 7 ਚੋਂ 4, ਭੂ ਵਿਗਿਆਨ 'ਚੋਂ 15 ਚੋਂ 8। ਤੇ ਜਿਹੜੀ ਫੂਡ ਟੈਕਨੋਲੋਜੀ ਹੈ ਉਹਦੇ ਚੋਂ 8 ਚੋਂ 4, 50% ਗੈਰ ਪੰਜਾਬੀ। ਤੇ ਸੂਖਮ ਜੀਵ ਵਿਗਿਆਨ 'ਚ 3 ਚੋਂ 3 ਹੀ 100% ਬਾਹਰਲੇ ਬੰਦੇ। ਤੇ ਜੈਨੇਟਿਕਸ 'ਚੋਂ 15 ਚੋਂ 9। ਹੁਣ ਇਹ ਹਾਲ ਹੈ। ਮੈਂ ਢਿੱਲੋਂ ਸਾਹਿਬ ਨੂੰ ਕਿਹਾ ਇਹ ਕਿਵੇਂ ਹੈ? ਕਹਿੰਦਾ ਜੀ ਸਾਡੇ ਮੁੰਡੇ ਜਿਹੜੇ ਪੜ੍ਹਦੇ ਨਹੀਂ, ਸਾਡੇ ਮੁੰਡੇ ਮੈਰਿਟ 'ਚ ਨਹੀਂ ਆਉਂਦੇ। ਮੁੰਡੇ ਕਹਿੰਦੇ ਜੀ ਇਹਨਾਂ ਦੇ ਅਸੀਂ ਪੜ੍ਹਾਏ ਹੋਏ ਆ, ਇਹ ਸਾਨੂੰ ਨਹੀਂ ਰੱਖਣਗੇ, ਫਿਰ ਸਾਨੂੰ ਕੌਣ ਰੱਖੂਗਾ? ਮੈਂ ਬਵਨਪ੍ਰੀਤ ਨੂੰ ਕਿਹਾ, ਉਹ ਕਹਿੰਦਾ ਤੁਸੀਂ ਵੀ ਉੱਥੋਂ ਪੜ੍ਹੇ ਹੋ। ਮੈਨੂੰ ਕਹਿੰਦੇ ਤੁਸੀਂ ਦੱਸੋ ਸਾਡੀ ਯੂਨੀਵਰਸਿਟੀ ਕਿਸ ਗੱਲੋਂ ਘੱਟ ਹੈ? ਤੇ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਖੇਤੀਬਾੜੀ ਨਾਲ ਸੰਬੰਧਿਤ, ਕਿਸਾਨਾਂ ਨੂੰ ਕਿਵੇਂ ਸਮਝਣਗੇ ਜਦੋਂ ਪੰਜਾਬੀ ਨਹੀਂ ਆਉਂਦੀ? ਪੰਜਾਬੀ ਜਿਹੜੀ ਆ ਪੰਜਾਬੀ ਦੀ ਉੱਥੇ
ਕਮਾਲ ਤਾਂ ਇਹ ਹੈ ਕਿ ਪੰਜਾਬੀ ਦੀ ਰਿਕੁਆਇਰਮੈਂਟ ਹੀ ਸਿਰਫ ਇੱਕ ਡਿਪਾਰਟਮੈਂਟ 'ਚ ਹੈ, ਐਕਸਟੈਂਸ਼ਨ 'ਚ, ਹੋਰ ਕਿਤੇ ਪੰਜਾਬੀ ਦੀ ਲੋੜ ਹੀ ਨਹੀਂ ਸਮਝਦੇ ਉਹ। ਤਾਂ ਆਹ ਤਾਂ ਸਾਡੀਆਂ ਯੂਨੀਵਰਸਿਟੀ ਦਾ ਹਾਲ ਹੈ। ਤੇ ਜੇ ਬੰਦੇ 19 ਦਿਨ ਤੋਂ 3 ਦਿਨ ਤੋਂ ਮਰਨ ਵਰਤਦੇ ਆ, 19 ਦਿਨ ਤੋਂ ਕਦੇ ਉਹ ਬੂਟ ਪਾਲਿਸ਼ ਕਰਦੇ ਨੇ, ਕਦੇ ਉਹ ਕੁਛ ਕਰਦੇ ਨੇ, ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ? ਉਹਨਾਂ ਦਾ ਇੱਕ MLA ਗੋਗੀ ਉੱਥੇ ਗਿਆ, ਕਹਿੰਦਾ ਮੈਂ ਕਰਾਉਣਾ, ਫੇਰ ਨਹੀਂ ਕਿਸੇ ਨੇ ਸੁਣੀ ਗੱਲ। ਹਰਪਾਲ ਚੀਮਾ ਨੂੰ ਪੁੱਛਿਆ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਫਿਰ ਪਤਾ ਨਹੀਂ ਤੁਹਾਡੀ ਬਿਊਰੋਕ੍ਰੇਸੀ ਕੀ ਕਰਦੀ ਹੈ ਜੀ, ਕਿਉਂ ਨਹੀਂ ਪਤਾ ਤੁਹਾਨੂੰ? ਤੇ ਪੰਜਾਬ ਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਵੈਸੇ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਵੀ ਸਵਾਲ ਉੱਠਦੇ ਨੇ ਕਿ ਸਾਨੂੰ ਤੁਸੀਂ ਲਾਤਾ ਝੋਨਾ ਤੇ ਕਣਕ ਤੇ, ਪੈਡੀ ਤੇ ਬੀਟ ਦੀ ਰੋਟੇਸ਼ਨ ਤੇ ਉਦੋਂ ਨਹੀਂ ਤੁਹਾਨੂੰ ਪਤਾ ਸੀ ਵੀ ਝੋਨਾ ਬੀਜਣ ਨਾਲ ਸਾਡਾ ਪਾਣੀ ਖਤਮ ਹੋ ਜਾਊਗਾ, ਤੇ ਹੁਣ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ। ਤੇ ਤੁਸੀਂ ਦੇਸ਼ ਦਾ ਖਿਆਲ ਰੱਖਿਆ, ਪੂਰੇ ਭਾਰਤ ਦਾ ਢਿੱਡ ਭਰਿਆ, ਪੰਜਾਬ ਦੀ ਧਰਤੀ ਬਿਮਾਰ ਕਰ ਲਈ ਪੂਰੀ ਤਰੀਕੇ ਨਾਲ। ਅਸੀਂ ਬਿਮਾਰ ਹੋ ਪਏ ਆ, ਕੈਂਸਰ ਹੋ ਗਿਆ ਸਾਡੀ ਧਰਤੀ ਨੂੰ, ਪਾਣੀ ਸਾਡਾ ਖਤਮ ਹੋ ਗਿਆ, ਪੈਕੇਜ ਸਾਨੂੰ ਕੋਈ ਦੇ ਨਹੀਂ ਰਿਹਾ, ਤੇ ਕਿਸਾਨ ਲੜ ਰਹੇ ਨੇ। ਤੇ ਮੈਂ ਤਾਂ ਕਿਸਾਨਾਂ ਨੂੰ ਕਹੂੰਗਾ ਮੁੰਡਿਆਂ ਦਾ ਸਾਥ ਦਿਓ, ਤੇ ਇਹ ਤਾਂ ਕਿ ਘੱਟੋ ਘੱਟ ਮਾਨ ਸਾਹਿਬ ਨੂੰ ਚਾਹੀਦਾ ਇਮੀਡੀਏਟਲੀ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਦੇਣ, ਤਾਂ ਕਿ ਬਾਕੀ ਉਹਦੇ ਭਰੇ ਜਾਣ। ਇਹ ਬਹੁਤ ਜ਼ਰੂਰੀ ਹੈ ਜੀ। ਇਹ ਤਾਂ ਸੀ ਗੱਲ ਵਾਲੀਆ ਸਾਹਿਬ ਸਿੱਖਿਆ ਦੀ। ਹੁਣ ਗੱਲ ਹੈ ਕੌਮੀ ਪੱਧਰ ਦੀ ਜਿਹੜੀ ਸਿਆਸਤ ਹੈ। ਕਾਂਗਰਸ ਦੇ ਸਣੇ 11 ਪਾਰਟੀਆਂ ਨੇ ਰਲ ਕੇ ਮਤਾ ਪਾਸ ਕੀਤਾ ਹੈ। ਇੱਕ ਤਾਂ EVM ਤੇ VVPAT ਨੂੰ ਲੈ ਕੇ, ਦੂਜਾ ਪੈਸੇ ਦੀ ਤਾਕਤ ਤੇ ਮੀਡੀਆ ਦੀ ਦੁਰਵਰਤੋਂ ਨੂੰ ਲੈ ਕੇ। ਦੇਖੋ ਗੱਲ ਇਹ ਹੈ ਕਿ ਗੱਲ ਉਹਨਾਂ ਨੇ ਵਧੀਆ ਕੀਤੀ ਹੈ, ਤੇ ਕੀਤੀ ਵੀ ਜਿਹੜੀ ਹੈ ਮੋਦੀ ਸਟਾਈਲ 'ਚ ਹੈ। 11 ਪਾਰਟੀਆਂ, ਕਾਂਗਰਸ ਆਲਮੋਸਟ ਸਾਰੀ ਵਿਰੋਧੀ ਧਿਰ ਹੈ, ਕਾਂਗਰਸ ਹੈ, CPIM ਹੈ, CPI ਹੈ, BSP ਹੈ, ਸਮਾਜਵਾਦੀ ਨੇ, ਨੈਸ਼ਨਲ ਕਾਂਗਰਸ ਪਾਰਟੀ ਹੈ, ਪਵਾਰ ਵਾਲੀ, ਰਾਸ਼ਟਰੀ ਜਨਤਾ ਦਲ ਹੈ, RLD, ਸਾਰੀਆਂ ਵਿਰੋਧੀ ਧਿਰਾਂ ਇਹ ਕਹਿੰਦੀਆਂ ਸਾਡਾ ਜਿਹੜਾ ਸੰਕਲਪ ਹੈ ਲੜਾਈ ਲੜਨ ਦਾ 3M ਦਾ। 3M ਉਹਨਾਂ ਨੇ ਮਸ਼ੀਨ, ਮਨੀ, ਮੀਡੀਆ। ਮਸ਼ੀਨ 'ਚ ਉਹਨਾਂ ਨੇ EVM ਦੇ ਜਿਹੜੀ ਵੋਟਾਂ ਦੀ ਗਿਣਤੀ 'ਚ ਹੇਰਾਫੇਰੀ ਹੁੰਦੀ ਹੈ ਉਹ ਰੋਕਣ ਦੀ ਗੱਲ। ਮਨੀ ਜਿਹੜਾ ਪੈਸਾ ਚੱਲਦਾ ਹੈ, ਬਹੁਤ ਮਹਿੰਗੀਆਂ ਹੋ ਗਈਆਂ ਨੇ ਇਲੈਕਸ਼ਨ, ਤੇ ਜਿਹੜਾ ਚੋਣ ਕਮਿਸ਼ਨ ਹੈ ਉਹ ਇਹ ਕਰਦਾ, ਪਾਰਟੀਆਂ ਕਹਿੰਦੀਆਂ ਨੇ ਮਤੇ ਦੇ ਵਿੱਚ ਕਿ ਉਮੀਦਵਾਰਾਂ ਤੇ ਤਾਂ ਚਲੋ ਤੁਸੀਂ ਸੀਮਤ ਕਰਤਾ, ਤਾਂ ਸਿਆਸੀ ਪਾਰਟੀਆਂ ਤੇ ਤਾਂ ਨਹੀਂ ਕੀਤਾ। ਪਾਰਟੀਆਂ ਪੈਸਾ ਬਹੁਤ ਖਰਚ ਰਹੀਆਂ ਨੇ, ਔਰ ਜਿਹਦੇ ਕੋਲ ਜ਼ਿਆਦਾ ਪੈਸਾ ਉਹ ਭਾਰਤੀ ਜਨਤਾ ਪਾਰਟੀ ਨੂੰ ਪੈਸਾ ਮਿਲ ਰਿਹਾ। ਜਿਹੜੇ ਚੰਦਾ ਦੇਣ ਵਾਲੇ ਨੇ ਉਹਨੂੰ ਦੇਣਗੇ, ਜਿਹੜੇ ਸੱਤਾਧਾਰੀ ਧਿਰ 'ਚ ਹੋਣਗੇ। ਕਾਂਗਰਸ ਨੂੰ ਕਿੱਥੇ ਮਿਲਜੂ? ਕਾਂਗਰਸ ਤਾਂ ਉਹੀ ਡੁੱਬ ਰਹੀ ਹੈ। ਤੇ ਜਿਹਦੇ ਕੋਲ ਪੈਸਾ ਹੈ ਉਹਦੇ ਕੋਲ ਵੋਟ ਹੈ। ਮਨੀ ਦੀ ਵਰਤੋਂ, ਮਨੀ ਤੇ ਮਸਲ ਪਾਵਰ ਦੀ ਤਾਂ ਪਹਿਲਾਂ ਹੀ ਗੱਲ ਹੁੰਦੀ ਹੈ। ਤੀਸਰੀ ਗੱਲ ਉਹਨਾਂ ਨੇ ਮੀਡੀਆ ਦੀ, ਤੇ ਮੀਡੀਆ ਦੀ ਗੱਲ ਤਾਂ ਬਿਲਕੁਲ ਸਹੀ ਹੈ। ਮੀਡੀਆ ਤਾਂ ਗੋਦੀ ਮੀਡੀਆ ਬਣ ਗਿਆ, ਤੇ ਗੋਦੀ ਮੀਡੀਆ ਜਿਹੜਾ ਹੈ ਉਹਦੀਆਂ ਜਿਹੜੀਆਂ ਨਫ਼ਰਤ ਭਰੀਆਂ ਟਿੱਪਣੀਆਂ ਕਹਿੰਦੇ, ਔਰ ਟਵੀਟਾਂ ਰਾਹੀਂ ਧਰੂਵੀਕਰਨ ਹੋ ਰਿਹਾ, ਤਾਂ ਹੋ ਹੀ ਰਿਹਾ। ਅੱਜ ਕਿਹਾ ਨਹੀਂ ਜਿਹੜੇ ਧਰਮ ਸੰਸਦ ਦੇ ਵਿੱਚ, ਉਹ ਕਹਿੰਦੇ ਜੀ ਅਸੀਂ ਤਾਂ ਹਿੰਦੂ ਰਾਸ਼ਟਰ ਬਣਾਉਣਾ, ਸਾਡਾ ਸੰਵਿਧਾਨ ਬਣ ਗਿਆ, ਮੁਸਲਮਾਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਊਗਾ। ਧਰੂਵੀਕਰਨ ਹੋਰ ਕਿਵੇਂ ਹੁੰਦਾ? ਜੋ ਨੂਰਪੁਰ ਨੇ ਕਿਹਾ ਸੀ, ਨੂਰਪੁਰ ਸ਼ਰਮਾ ਨੇ, ਤੇ ਜਿਹੜੀ ਟਵੀਟ ਕੀਤਾ ਸੀ ਜਾਂ ਬੋਲੀ ਸੀ ਮੀਡੀਆ ਦੇ ਵਿੱਚ, ਤੇ ਗੋਦੀ ਮੀਡੀਆ ਚੱਲੇ, ਜੇ ਪੈਸਾ ਕਮਾਓ ਗੋਦੀ ਮੀਡੀਆ ਬਣ ਗਿਆ। ਗੋਦੀ ਮੀਡੀਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੋਦੀ 'ਚ ਬੈਠਦਾ। ਗੋਦੀ ਮੀਡੀਆ ਟਰਮ ਜਿਹੜੀ ਆਈ ਹੈ, ਮੈਂ ਦੱਸਦਾ ਆਪਣੇ ਦਰਸ਼ਕਾਂ ਨੂੰ, ਕਿਉਂਕਿ ਮੈਂ ਤਾਂ ਪੱਤਰਕਾਰੀ ਪੜ੍ਹਾਈ ਆ ਸਾਰੀ ਉਮਰ, ਉਹਨਾਂ ਨੂੰ ਇਹੀ ਪੜ੍ਹਾਉਂਦੇ ਸੀ ਭਾਈ। ਹਾਲਾਂਕਿ ਮੈਂ ਗੋਦੀ ਮੀਡੀਆ ਦੀ ਟਰਮ ਨੂੰ ਬਦਲ ਕੇ ਆਪਣੇ ਵੱਲੋਂ ਟੀਰਾ ਮੀਡੀਆ ਕਹਿਣਾ, ਕਿ ਜਿਹੜੇ ਮੀਡੀਆ ਦੀ ਅੱਖ 'ਚ ਟੀਰ ਪੈ ਜੇ ਤੇ ਉਹਨੂੰ ਇੱਕੋ ਹੀ ਗੱਲ ਦਿਖੇ। ਇਹ ਟੀਰਾ ਮੀਡੀਆ ਜਾਂ ਗੋਦੀ ਮੀਡੀਆ, ਗੋਦੀ ਮੀਡੀਆ ਅਸਲ ਹੁੰਦਾ ਹੈ, ਜੋ ਮੀਡੀਆ ਨੂੰ ਅਸੀਂ ਵਾਚ ਡੌਗ ਕਹਿੰਦੇ ਆ। ਵਾਚ ਡੌਗ ਦਾ ਮਤਲਬ ਹੈ ਜਿਹੜਾ ਰਖਵਾਲੀ ਕਰਦਾ ਕੁੱਤਾ, ਤੇ ਕਈ ਸਾਰੇ ਕੁੱਤੇ ਨਹੀਂ ਰਖਵਾਲੀ ਕਰਦੇ ਹੁੰਦੇ। ਇੱਕ ਪਵੇਰੀਅਨ ਨਸਲ ਵੀ ਹੁੰਦੀ ਹੈ ਜਿਹੜੀ ਮਾਲਕ ਨੂੰ ਖੁਸ਼ ਕਰਦੀ ਹੈ, ਸਿਰਫ ਚਮਚੀ ਮਾਰ ਕੇ, ਪੁਸ਼ ਮਾਰ ਕੇ, ਤੇ ਉਹ ਮਾਲਕ ਦੀ ਗੋਦੀ 'ਚ ਬੈਠੇ ਹੁੰਦੇ ਨੇ ਪੁਸ਼ ਮਾਰ ਕੇ। ਤੇ ਜਿਹੜਾ ਮੀਡੀਆ ਮਾਲਕ ਦੀ ਗੋਦੀ 'ਚ ਬੈਠ ਜਾਂਦਾ ਹੈ ਉਹਨੂੰ ਗੋਦੀ ਮੀਡੀਆ ਕਹਿੰਦੇ ਨੇ। ਤੇ ਹੁਣ ਤਾਂ ਸਾਰੇ ਪਮੇਰੀਅਨ ਬਣ ਗਿਆ ਮੀਡੀਆ ਸਾਡਾ। ਔਰ ਸਾਰੇ ਹੁਣ ਤੁਸੀਂ ਸ਼ਾਮ ਨੂੰ 7 ਵਜੇ ਤੋਂ 10 ਵਜੇ ਤੱਕ ਦੇਖ ਲਿਆ ਕਰੋ ਕਿਵੇਂ ਪੁਸ਼ਾਂ ਵੱਜਦੀਆਂ ਨੇ। ਤੇ ਇਸ ਕਰਕੇ 3M, ਮਸ਼ੀਨ, ਮੀਡੀਆ ਤੇ ਮਨੀ, ਇਹਦੇ ਬਾਰੇ ਜਿਹੜੀਆਂ ਸਿਆਸੀ ਧਿਰਾਂ ਨੇ, ਵਿਰੋਧੀ ਧਿਰਾਂ ਨੇ ਗੱਲ ਕੀਤੀ ਹੈ। ਜੀ ਵਾਲੀਆ ਸਾਹਿਬ, ਆਖਰੀ ਸਵਾਲ, ਜਿਹੜਾ ਆਖਰੀ ਖਬਰ ਹੈ ਉਹ ਪੰਥਕ ਸਿਆਸਤ ਦੇ ਉੱਤੇ। ਜਥੇਦਾਰ ਸਾਹਿਬ ਜਿਸ ਤਰ੍ਹਾਂ ਦੇ ਆਦੇਸ਼ ਦੇ ਰਹੇ ਨੇ, ਹੁਕਮ ਜਾਰੀ ਕਰ ਰਹੇ ਨੇ, ਜਾਂ ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਦੀ ਕੀ ਹੈਸੀਅਤ ਹੈ, ਅਸੀਂ ਸਰਕਾਰ ਬਣਾਉਣ ਨਾਲ ਨਹੀਂ ਜਾਣਾ, ਅਸੀਂ ਪੰਥ ਦੀ ਗੱਲ ਕਰਨੀ ਆ।
ਦਾਦੂਵਾਲ ਸਾਹਿਬ ਜਥੇਦਾਰ ਸਾਹਿਬ ਨੂੰ ਚਿੱਠੀ ਲਿਖਦੇ ਨੇ ਕਿ ਤੁਸੀਂ ਬਾਦਲਾਂ ਦੇ ਗਲਬੇ ਤੋਂ ਬਾਹਰ ਨਿਕਲੋ, ਤੁਹਾਡੀਆਂ ਗੱਲਾਂ, ਤੁਹਾਡੇ ਐਲਾਨ, ਤੁਹਾਡੇ ਫਰਮਾਨ ਜਿਹੜੇ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਤੁਸੀਂ ਗੈਰ ਸਿਆਸੀ ਹੋ ਕੇ ਵੀ ਸਿਆਸੀ ਏਜੰਡੇ ਦੇ ਤਹਿਤ ਚੱਲ ਰਹੇ ਹੋ। ਦੇਖੋ ਗੱਲ ਜਿਹੜੀ ਹੈ, ਦਾਦੂਵਾਲ ਸਾਹਿਬ, ਪਰਸੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਤੇ ਮੈਨੂੰ ਉਹ ਕਹਿੰਦੇ ਕਿ ਮੈਂ ਮਾਨ ਸਾਹਿਬ ਨੂੰ ਮਿਲ ਕੇ ਆਇਆ, ਕਈ ਗੱਲਾਂ ਉਹਨਾਂ ਨਾਲ ਜਿਹੜੀਆਂ ਕਈ ਮੰਗਾਂ ਡਿਸਕਸ ਕੀਤੀਆਂ ਨੇ। ਉਹ ਬਹੁਤ ਐਕਟਿਵਲੀ ਰੋਲ ਪਲੇ ਕਰ ਰਹੇ ਨੇ ਇਹਨਾਂ ਦਿਨਾਂ 'ਚ ਤਾਂ ਖਾਸ ਤੌਰ ਤੇ ਜਿਹੜੀ ਇਹ ਚਿੱਠੀ ਜਿਹਦਾ ਜ਼ਿਕਰ ਜਾਂ ਜਿਹਦਾ ਸਵਾਲ ਤੁਸੀਂ ਕੀਤਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਬੜੇ ਤਰਕ ਨਾਲ ਗੱਲ ਕੀਤੀ ਹੈ ਉਹਨਾਂ ਨੇ। ਇਹ ਗੱਲ ਮੰਨਣੀ ਪਊਗੀ। ਇਹ ਉਹੀ ਦਾਦੂਵਾਲ ਸਾਹਿਬ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉੱਥੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਵੇਲੇ ਧਾਮੀ ਸਾਹਿਬ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਮੀਟਿੰਗ ਬੁਲਾਈ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਬੈਠੇ ਦੇਖ ਕੇ ਗਿਆ ਸੀ ਵੀ ਇਹਨੂੰ ਕਿਉਂ ਬਿਠਾਇਆ ਇੱਥੇ। ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਇਹ ਤਾਂ ਖੁਦ ਉਹਨਾਂ ਚੋਂ ਨੇ, ਜਿਹੜੇ ਬੰਦਿਆਂ ਨੇ ਜਿਹੜਾ ਗੁਰਮੀਤ ਰਾਮ ਨੂੰ ਮਾਫੀ ਦਿੱਤੀ ਉਹ ਨਹੀਂ ਹੋ ਸਕਦੇ। ਜਾਨੀ ਉਹਨਾਂ ਦਾ ਸਿੱਧਾ ਹੀ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਉਦੋਂ ਵੀ ਨਿਸ਼ਾਨਾ ਸੀ, ਹੁਣ ਵੀ ਨਿਸ਼ਾਨਾ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਪਤਾ ਲੱਗਦਾ ਵੀ ਉਹ ਕੀ ਕਰ ਰਹੇ ਨੇ। ਇੱਕ ਵਾਰੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਨੂੰ ਕਮਜ਼ੋਰ ਨਾ ਕਰੋ, ਇਹਦੇ ਨਾਲ ਪੰਥ ਕਮਜ਼ੋਰ ਹੋ ਜੂ। ਤੇ ਲੋਕਾਂ ਨੇ ਕਿਹਾ ਸੀ ਕਿ ਤੁਸੀਂ ਅਕਾਲੀ ਦਲ ਦੇ ਜਥੇਦਾਰ ਹੋ ਜਾਂ ਪੰਥ ਦੇ ਜਥੇਦਾਰ ਹੋ। ਤੇ ਹੁਣ ਦਾਦੂਵਾਲ ਨੇ ਇਹੀ ਸਵਾਲ ਉਠਾਇਆ, ਕਿਉਂਕਿ ਪਿਛਲੀ ਦਿਨ ਹੀ ਫੇਰ ਉਹਨਾਂ ਨੇ ਇਸ ਤਰ੍ਹਾਂ ਦੇ ਇੱਕ ਦੋ ਬਿਆਨ ਦਿੱਤੇ ਕਿ ਪੰਥ ਨੂੰ ਕੌਣ ਕਮਜ਼ੋਰ ਕਰ ਰਿਹਾ ਹੈ ਸਾਰੀਆਂ, ਜਾਂ ਤੁਸੀਂ ਅਕਾਲੀ ਦਲ ਨੂੰ ਜੇ ਤੁਸੀਂ ਹੋਂਦ ਬਚਾਉਣੀ ਹੈ ਗੁਰੂ ਕੇ ਬਾਗ ਕਿਤੇ ਮੋਰਚੇ 'ਚ ਉਹਨਾਂ ਦੇ ਜਿਹੜੀ ਸਟੇਟਮੈਂਟ ਸੀ ਤਾਂ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ। ਉਹ ਕਹਿੰਦੇ ਕਿ ਤੁਸੀਂ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਕਿਉਂ ਗੱਲ ਕਰਦੇ ਹੋ, ਤੁਸੀਂ ਤਾਂ ਸਭ ਦੇ ਸਾਂਝੇ ਜਥੇਦਾਰ ਹੋ। ਤਾਂ ਦਾਦੂਵਾਲ ਸਾਹਿਬ ਨੇ ਫਿਰ ਚਿੱਠੀ ਲਿਖ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ, ਤੁਹਾਡੇ ਬਿਆਨ ਬਾਦਲਾਂ ਨੂੰ ਬਚਾਉਣ ਲਈ ਨੇ, ਪਰ ਤੁਸੀਂ ਜਿਵੇਂ ਸਮਝਦੇ ਹੋ ਉਵੇਂ ਤੁਹਾਡੇ ਬਿਆਨਾਂ ਨਾਲ ਬਾਦਲ ਬਚ ਨਹੀਂ ਸਕਣਗੇ। ਇਹ ਉਹਨਾਂ ਨੇ ਕਿਹਾ ਬਾਦਲ ਪਰਿਵਾਰ ਨੂੰ ਪੰਥਕ ਬਣਾ ਕੇ ਨਾ ਪੇਸ਼ ਕਰੋ, ਇਹ ਕਹਿੰਦੇ। ਤੇ ਜਿਹੜੇ ਪੰਥਕ ਬਣਾ ਕੇ ਉਹਨਾਂ ਨੂੰ ਸੱਤਾ ਦਿਵਾਉਣ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਆਪਣੀ ਚਿੱਠੀ 'ਚ, ਉਹਨਾਂ ਨੇ ਲਿਖਿਆ ਇਹ ਤੁਹਾਡਾ ਗਲਤ ਹੈ, ਇਸ ਤਰ੍ਹਾਂ ਨਹੀਂ ਹੋਣਾ। ਬਾਦਲ ਪਰਿਵਾਰ ਦੀ ਛਤਰ ਛਾਇਆ ਤੋਂ ਬਾਹਰ ਆ ਜਾਓ ਜਥੇਦਾਰ ਸਾਹਿਬ, ਔਰ ਅਹੁਦੇ ਦੀ ਆਪਦੀ ਦੀ ਅਹਿਮੀਅਤ ਸਮਝੋ। ਤੁਸੀਂ ਸਾਰੇ ਪੰਥ ਦੇ ਜਥੇਦਾਰ ਹੋ, ਆਪਦੇ ਅਹੁਦੇ ਦੀ ਢਾਹ ਨਾ ਲਾਓ, ਇਹਨਾਂ ਦੀ ਪੁਸਤ ਪਨਾਹੀ ਛੱਡੋ, ਪੰਥ ਦੀ ਅਗਵਾਈ ਕਰੋ। ਸਾਡੀਆਂ ਏਜੰਸੀਆਂ ਨੌਜਵਾਨਾਂ ਨੂੰ ਭਟਕਾ ਰਹੀਆਂ ਨੇ, ਤੁਸੀਂ ਇਹ ਕਰੋ ਕਿ ਨੌਜਵਾਨਾਂ ਨੂੰ ਉਦੇਸ਼ ਦਿਓ, ਉਹਨਾਂ ਨੂੰ ਰਾਹ ਦੱਸੋ। ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਕੋਈ ਸਾਂਝੇ ਯਤਨ ਕਰਦੇ ਦੇਸ਼ ਕਰੋ। ਇਹੋ ਜਿਹੀਆਂ ਗੱਲਾਂ ਕੀਤੀਆਂ ਨੇ, ਮੈਨੂੰ ਨਹੀਂ ਲੱਗਦਾ ਕੋਈ ਗਲਤ ਗੱਲ ਕੀਤੀ ਹੈ। ਇਹ ਤਾਂ ਫਿਰ ਜਿਹੜਾ ਜਥੇਦਾਰ ਸਾਹਿਬ ਨੂੰ ਇਹਨਾਂ ਨੇ ਇੱਕ ਧਰਮ ਸੰਕਟ 'ਚ ਪਾਤਾ ਇੱਕ ਕਿਸਮ ਦਾ, ਕਿ ਬਈ ਤੁਸੀਂ ਦੇਖ ਲਓ ਤੁਹਾਡਾ ਕਿਸ ਤਰ੍ਹਾਂ ਦਾ, ਜਿਹੜਾ ਤੁਸੀਂ ਅਕਾਲੀਆਂ ਨੂੰ ਬਚਾਉਣਾ ਜਾਂ ਕੌਮ ਦੇ ਜਥੇਦਾਰ ਹੋ। ਇਸ ਕਿਸਮ ਦੀ ਗੱਲ ਕਰਕੇ ਉਹਨਾਂ ਨੇ ਜਥੇਦਾਰ ਨੂੰ ਝੰਜੋੜਿਆ। ਤੇ ਮੈਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੂੰ ਸੱਚੀ ਗੱਲ ਹੈ ਕਿ ਜਿਵੇਂ ਤਾਂ ਮੈਂ ਤਾਂ ਜੋ ਸੱਚ, ਜੇ ਉਹਨਾਂ ਨੇ 16 ਅਗਸਤ ਨੂੰ ਸਮੂਹ ਜਿਹੜੇ ਪੰਜਾਬੀ ਉਦੋਂ ਚਲੇ ਗਏ ਦੁਨੀਆ ਤੋਂ ਆਜ਼ਾਦੀ ਲਈ, ਉਹਨਾਂ ਲਈ ਉਹਨਾਂ ਨੇ ਅਰਦਾਸ ਰੱਖੀ, ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ। ਲੇਕਿਨ ਜਦੋਂ ਹੁਣ ਇਹ ਕੰਮ ਉਹ ਕਰ ਰਹੇ ਨੇ ਜੋ ਦਾਦੂਵਾਲ ਨੇ ਕਿਹਾ, ਤੇ ਮੈਨੂੰ ਲੱਗਦਾ ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ। ਵਾਲੀਆ ਸਾਹਿਬ, ਇੱਕ ਮੇਰੇ ਧਿਆਨ 'ਚ ਆਇਆ, ਇੱਥੇ ਲੋਕ ਵੀ ਸੋਚਦੇ ਹੋਣੇ ਜਦੋਂ ਪੰਥਕ ਏਕਤਾ ਦੀ ਇਹ ਗੱਲ ਕਰਦੇ ਨੇ, ਇਕੱਠਾ ਹੋਣਾ ਪੰਥ ਨੂੰ ਖਤਰਾ ਹੈ, ਤਾਂ 16 ਅਗਸਤ ਸਾਰਿਆਂ ਦੇ ਧਿਆਨ ਵਿੱਚ ਹੈ ਕਿ ਉੱਥੇ ਬਰਗਾੜੀ ਦੇ ਵਿੱਚ ਕੱਟ ਸੱਦਿਆ ਗਿਆ ਬਹਿਬਲ ਕਲਾਂ ਜਿਹੜੇ ਸ਼ਹੀਦ ਹੋਏ ਸੀ ਬੇਅਦਬੀ ਕਾਂਡ ਦੇ ਦੌਰਾਨ, ਤੇ ਉੱਥੇ ਜਥੇਦਾਰ ਸਾਹਿਬ ਅੱਜ ਤੱਕ ਨਜ਼ਰ ਨਹੀਂ ਆਏ। ਕੀ ਉਹ ਪੰਥਕ ਮਸਲਾ ਨਹੀਂ? ਕਿਹੜੇ ਜਥੇਦਾਰ? ਗਿਆਨੀ ਹਰਪ੍ਰੀਤ ਕਾਰਜਕਾਰੀ ਜਥੇਦਾਰ। ਨਹੀਂ, ਉਹ ਤਾਂ ਉਲਟਾ ਹੈ। ਭਾਈ ਸੁਖਰਾਜ ਸਿੰਘ ਨੇ ਤਾਂ ਜਦੋਂ ਕਹਿੰਦੇ ਨੇ ਕਿ ਜਿਹੜੇ ਬੰਦੇ ਉੱਥੇ ਜਾਂਦੇ ਨੇ, ਜਦੋਂ ਹਰਮੀਤ ਸਿੰਘ ਕਾਲਕਾ ਤੇ ਦਾਦੂਵਾਲ ਗਏ ਉੱਥੇ, ਤੇ ਉਹਨਾਂ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ, ਕੁਝ ਲੋਕ ਐਸੇ ਨੇ ਜਿਹੜੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ, ਸਿੱਖਾਂ ਦੇ ਵਿੱਚੋਂ ਹੀ ਉਹਨਾਂ ਤੇ ਤਾਂ ਅਟੈਕ ਹੈ। ਤੇ ਇਹੀ ਗੱਲ ਫਿਰ ਕਹੀ ਹੈ ਜਿਹੜੀ ਭਾਈ ਸੁਖਰਾਜ ਸਿੰਘ ਨੇ, ਜਿਹੜੇ ਉਸ ਬਹਿਬਲ ਕਲਾਂ ਇਨਸਾਫ ਮੋਰਚੇ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਭਾਈ ਜਥੇਦਾਰ ਸਾਹਿਬ, ਤੁਸੀਂ ਤਾਂ ਬੇਅਦਬੀ ਦੀ ਗੱਲ ਕਰਨੀ ਸੀ, ਤੁਸੀਂ ਅਕਾਲੀਆਂ ਦੀ ਗੱਲ ਕਰ ਰਹੇ ਹੋ। ਇਹੀ ਤਾਂ ਗੱਲ ਉੱਥੇ ਚੱਲ ਰਹੀ ਹੈ, ਉਹ ਉੱਥੇ ਕਿਉਂ ਜਾਣਗੇ? ਆਹੀ ਤਾਂ ਹੋਇਆ, ਇਹੀ ਤਾਂ ਗੱਲ ਦਾਦੂਵਾਲ ਨੇ ਕਹੀ ਹੈ
ਕਿ ਤੁਸੀਂ ਪੰਥ ਦੇ ਜਥੇਦਾਰ ਹੋ, ਨਾ ਕਿ ਅਕਾਲੀ ਦਲ ਦੇ। ਜੀ ਜੀ ਜੀ, ਸ਼ੁਕਰੀਆ ਵਾਲੀਆ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਹੋਣਗੇ ਸਿਆਸੀ ਮਾਹਰ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।